ਹੈਲੋ एवरीवन ਮੋਸਟ ਵੈਲਕਮ ਟੂ ਅਵਰ ਚੈਨਲ ਰਾਈਟ ਔਨ। ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਮੈਥ ਮਾਸਟਰ ਕੈਡ ਦੇ ਲਈ ਤਾਂ ਜਰੂਰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ, ਬਹੁਤ ਜ਼ਿਆਦਾ ਹੈਲਪਫੁਲ ਹੋਏਗਾ ਤੁਹਾਡੇ ਲਈ। ਤਾਂ ਜੀ ਬਿਲਕੁਲ ਅੱਜ ਆਪਾਂ ਕੀ ਸਟਾਰਟ ਕਰਨਾ ਹੈ ਨਵਾਂ ਟੌਪਿਕ। ਇਸ ਤੋਂ ਪਹਿਲਾਂ ਜੋ ਫਸਟ ਟੌਪਿਕ ਸੀ ਆਪਣਾ ਉਹ ਆਪਾਂ ਕੰਪਲੀਟ ਕਰ ਚੁੱਕੇ ਹਾਂ, ਜੋ ਕਿ ਸੀਗਾ ਨਿਊਮੈਰੀਕਲ ਐਨਾਲਿਸਿਸ। ਠੀਕ ਹੈ ਜੀ, ਅੱਜ ਆਪਾਂ ਆਪਣਾ ਜੋ ਸੈਕਿੰਡ ਟੌਪਿਕ ਹੈ ਜਿਸ ਨੂੰ ਅਗਰ ਆਪਾਂ ਗੱਲ ਕਰੀਏ ਬਹੁਤ ਜ਼ਿਆਦਾ ਇੰਪੋਰਟੈਂਟ ਕਵਾਂਗੇ ਆਪਾਂ, ਕਿਉਂਕਿ ਇਹਦੇ ਵਿੱਚ ਐਟਲੀਸਟ 10 ਤੋਂ 12 ਕੁਐਸਚਨਸ ਨੇ ਜੋ ਈਜ਼ੀਲੀ ਆਪਾਂ ਨੂੰ ਮਾਸਟਰ ਕੈਡ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਔਰ ਕੁਐਸਚਨਸ ਵੀ ਇੰਨੇ ਕੋਈ ਜ਼ਿਆਦਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਘੁਮਾ ਫਿਰਾ ਕੇ ਜਾਂ ਡਿਫੀਕਲਟ ਆਉਂਦੇ ਨੇ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਮਾਸਟਰ ਕੈਡ ਦਾ ਜੋ ਐਗਜ਼ਾਮ ਆ ਉਹ ਬੇਸਿਕ ਲੈਵਲ ਦਾ ਥੋੜ੍ਹਾ ਜਿਹਾ ਹੁੰਦਾ ਹੈ। ਤਾਂ 10-12 ਕੁਐਸਚਨਸ ਆਪਾਂ ਨੂੰ ਡਾਇਨਾਮਿਕਸ ਦੇ ਵਿੱਚੋਂ ਬੜੀ ਈਜ਼ੀਲੀ ਆਪਾਂ ਨੂੰ ਕਲੀਅਰਲੀ ਨਜ਼ਰ ਆ ਜਾਂਦੇ ਨੇ। ਠੀਕ ਹੈ, ਸੋ ਸਿੰਪਲ ਸ਼ਬਦਾਂ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਇੱਕ ਬਹੁਤ ਇੰਪੋਰਟੈਂਟ ਜਿਹਾ ਟੌਪਿਕ ਹੈ ਔਰ ਇਸ ਨੂੰ ਡਿਟੇਲ ਦੇ ਵਿੱਚ ਸਟੱਡੀ ਕਰਨਾ ਵੀ ਬਹੁਤ ਜ਼ਰੂਰੀ ਹੈ। ਠੀਕ ਹੈ, ਫੋਰ ਐਗਜ਼ਾਮਪਲ ਅਗਰ ਆਪਾਂ ਡਾਇਨਾਮਿਕਸ ਦੇ ਵਿੱਚ ਸਾਰੇ ਫਾਰਮੂਲਾਜ਼ ਨੂੰ ਆਪਾਂ ਰੱਟਾ ਨਹੀਂ ਲਗਾ ਸਕਦੇ, ਰੱਟਾ ਲਗਾ ਸਕਦੇ ਹਾਂ ਤਾਂ ਕਿਤੇ ਨਾ ਕਿਤੇ ਕਨਫਿਊਜ਼ਨ ਆਪਣੇ ਮਾਈਂਡ ਦੇ ਵਿੱਚ ਰਹਿੰਦੀ ਹੈ। ਸੋ ਚੀਜ਼ਾਂ ਨੂੰ ਅਗਰ ਆਪਾਂ ਸਮਝ ਕੇ ਕਰਾਂਗੇ ਤਾਂ ਉਹ ਜ਼ਿਆਦਾ ਆਪਣੇ ਲਈ ਯੂਜ਼ਫੁਲ ਹੋਏਗਾ। ਠੀਕ ਹੈ ਜੀ, ਅਤੇ ਕੁਝ ਹੋਰ ਚੀਜ਼ਾਂ ਸੀਗੀਆਂ ਜੋ ਮੈਂ ਤੁਹਾਡੇ ਨਾਲ ਡਿਸਕਸ ਕਰਨੀਆਂ ਸੀ। ਕੁਝ ਸਟੂਡੈਂਟ ਪੁੱਛ ਰਹੇ ਸੀ ਲਾਈਵ ਕਲਾਸਿਸ ਲਈ, ਤਾਂ ਮੈਂ ਇਨਫੋਰਮ ਕਰਨਾ ਚਾਹੁੰਦੀ ਹਾਂ ਕਿ ਲਾਈਵ ਕਲਾਸਿਸ ਆਪਾਂ ਨੈਕਸਟ ਮੰਡੇ ਤੋਂ ਆਪਾਂ ਸਟਾਰਟ ਕਰ ਦੇਵਾਂਗੇ। ਕੁਝ ਟਾਈਮ ਸ਼ੋਰਟੇਜ ਹੋਣ ਕਰਕੇ ਸਿਸਟਮ ਦੀ ਜੋ ਸੈਟਿੰਗ ਉਹ ਨਹੀਂ ਹੋ ਪਾ ਰਹੀ। ਠੀਕ ਹੈ, ਫਰੋਮ ਮੰਡੇ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਜੋ ਲਾਈਵ ਕਲਾਸਿਸ ਨੇ ਉਹ ਸਟਾਰਟ ਕਰ ਦਿੱਤੀਆਂ ਜਾਣ। ਆਫਟਰ ਦੈਟ ਅਗਰ ਆਪਾਂ ਗੱਲ ਕਰੀਏ MCQs, ਅਤੇ ਬਿਲਕੁਲ ਜੋ ਕੁਐਸਚਨਸ ਨੇ ਉਹ ਤੁਹਾਡੇ ਨਾਲ ਪ੍ਰੋਪਰਲੀ ਡਿਸਕਸ ਕੀਤੇ ਜਾਣਗੇ। ਅਗਰ ਤੁਸੀਂ ਹਾਲੇ ਤੱਕ ਫਸਟ ਟੌਪਿਕ ਨਹੀਂ ਦੇਖਿਆ ਤਾਂ ਉਸਨੂੰ ਦੇਖੋ ਕਿ ਆਪਾਂ ਕਿਸ ਤਰੀਕੇ ਨਾਲ ਸਟੱਡੀ ਕੀਤਾ ਹੈ। ਫਸਟ ਟੌਪਿਕ ਦੇ ਵਿੱਚ ਪਹਿਲਾਂ ਆਪਾਂ ਪ੍ਰੋਪਰਲੀ ਪੂਰਾ ਜੋ ਕਨਸੈਪਟ ਸੀਗਾ ਉਹ ਕਲੀਅਰ ਕੀਤਾ। ਆਫਟਰ ਦੈਟ ਆਪਾਂ ਨੇ ਐਟਲੀਸਟ 100 ਦੇ ਨੀਅਰ ਅਬਾਊਟ, ਮਤਲਬ ਕੁਝ 85 ਕੁਐਸਚਨਸ ਆਪਾਂ ਡਿਸਕਸ ਕੀਤੇ ਸੀਗੇ, ਅਤੇ ਕੋਸ਼ਿਸ਼ ਕੀਤੀ ਜਾਏਗੀ ਕਿ 100 ਦੇ ਨੀਅਰ ਅਬਾਊਟ ਆਪਾਂ ਹਰ ਟੌਪਿਕ ਦੇ ਜੋ ਕੁਐਸਚਨ ਨੇ ਉਹ ਡਿਸਕਸ ਕਰੀਏ। ਸੋ ਉਹ ਅਗਰ 100 ਕੁਐਸਚਨ ਤੁਸੀਂ ਚੰਗੇ ਤਰੀਕੇ ਨਾਲ ਪ੍ਰੈਕਟਿਸ ਕਰ ਲੈਂਦੇ ਹੋ ਤਾਂ ਤੁਹਾਡੀ ਪ੍ਰੈਕਟਿਸ ਬਹੁਤ ਵਧੀਆ ਤਰੀਕੇ ਨਾਲ ਹੋ ਜਾਏਗੀ, ਕਿਉਂਕਿ ਜੋ ਕੁਐਸਚਨਸ ਮੈਂ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਜਿਵੇਂ ਕਿ ਪ੍ਰੀਵੀਅਸ ਈਅਰ ਐਗਜ਼ਾਮ ਦੇ ਵਿੱਚੋਂ ਲਏ ਗਏ ਨੇ। ਠੀਕ ਹੈ, ਤਾਂ ਬਹੁਤ ਸਾਰੇ ਇੰਪੋਰਟੈਂਟ ਕੁਐਸਚਨਸ ਹੀ ਮੈਂ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ। ਠੀਕ ਹੈ, ਔਰ ਪ੍ਰੈਕਟਿਸ ਲਈ ਐਟਲੀਸਟ 100 ਕੁਐਸਚਨ ਤੁਸੀਂ ਅਗਰ ਤੁਹਾਨੂੰ ਕਿਤੋਂ ਵੀ ਮਿਲਦੇ ਨੇ ਤਾਂ ਤੁਸੀਂ ਜ਼ਰੂਰ ਐਟਲੀਸਟ ਟਰਾਈ ਕਰੋ, ਕਿਉਂਕਿ ਪ੍ਰੈਕਟਿਸ ਬਹੁਤ ਜ਼ਰੂਰੀ ਹੁੰਦੀ ਹੈ ਮੈਥਮੈਟਿਕਸ ਦੇ ਲਈ। ਠੀਕ ਹੈ, ਤਾਂ ਤੁਹਾਡੇ ਕੁਐਸਚਨਸ ਵੀ ਤੁਹਾਡੇ ਨਾਲ ਡਿਸਕਸ ਕੀਤੇ ਜਾਣਗੇ, ਬਟ ਉਸ ਤੋਂ ਪਹਿਲਾਂ ਇੱਕ ਵਾਰੀ ਆਪਾਂ ਪ੍ਰੋਪਰਲੀ ਕਨਸੈਪਟ ਨੂੰ ਕਲੀਅਰ ਕਰਾਂਗੇ। ਠੀਕ ਹੈ ਜੀ, ਤਾਂ ਬਿਲਕੁਲ ਚਲੋ ਸਟਾਰਟ ਕਰਦੇ ਹਾਂ। ਅੱਜ ਦਾ ਜੋ ਟੌਪਿਕ ਉਹ ਹੈਗਾ ਡਾਇਨਾਮਿਕ ਦੇ ਵਿੱਚ ਦੇਖੋ ਪਹਿਲਾਂ ਤਾਂ ਆਪਾਂ ਥੋੜ੍ਹਾ ਜਿਹਾ ਬਿਲਕੁਲ ਬੇਸਿਕ ਤੋਂ ਲੈ ਕੇ ਚੱਲਾਂਗੇ। ਉਹ ਸਾਰੇ ਸਟੂਡੈਂਟ ਜਿਨ੍ਹਾਂ ਦਾ ਬੈਕਗਰਾਊਂਡ ਸਾਇੰਸ ਨਹੀਂ ਹੈ, ਠੀਕ ਹੈ, ਜਾਂ ਫਿਰ ਜਿਨ੍ਹਾਂ ਕੋਲ ਓਨਲੀ ਮੈਥਮੈਟਿਕਸ ਸਟੂਡੈਂਟ ਹੈ, ਸਾਇੰਸ ਸਬਜੈਕਟ ਨਹੀਂ ਹੈ, ਤਾਂ ਬਹੁਤ ਸਾਰੇ ਸਟੂਡੈਂਟ ਹੁੰਦੇ ਆ, ਨੋ ਡਾਊਟ। ਠੀਕ ਹੈ, ਤਾਂ ਉਹਨਾਂ ਨੂੰ ਵੀ ਆਪਾਂ ਧਿਆਨ 'ਚ ਲੈ ਕੇ ਚੱਲਣਾ। ਅੱਜ ਦਾ ਜੋ ਲੈਕਚਰ ਆ ਉਹ ਥੋੜ੍ਹਾ ਬੇਸਿਕ ਰਹੇਗਾ। ਠੀਕ ਹੈ, ਜਿਨ੍ਹਾਂ ਨੂੰ ਪਤਾ ਹੈ ਕਿ ਮਕੈਨਿਕਸ ਮੋਸ਼ਨ ਕੀ ਹੈ, ਮਕੈਨਿਕਸ ਕੀ ਹੈ, ਠੀਕ ਹੈ, ਉਹਨਾਂ ਲਈ ਤਾਂ ਥੋੜ੍ਹਾ ਲੱਗੇਗਾ ਕਿ ਬਹੁਤ ਜ਼ਿਆਦਾ ਈਜ਼ੀ ਹੈ। ਬਟ ਅਗਰ ਆਪਾਂ ਗੱਲ ਕਰੀਏ ਤਾਂ ਹਰ ਇੱਕ ਸਟੂਡੈਂਟ ਨੂੰ ਨਾਲ ਲੈ ਕੇ ਚੱਲਾਂਗੇ ਆਪਾਂ, ਜਿਨ੍ਹਾਂ ਦਾ ਬੈਕਗਰਾਊਂਡ ਸਾਇੰਸ ਨਹੀਂ ਹੈ ਜਾਂ ਜਿਨ੍ਹਾਂ ਨੂੰ ਡਿਫੀਕਲਟ ਲੱਗਦਾ ਹੈ ਟੌਪਿਕ, ਜਿਹੜੇ ਕਿ ਜਸਟ ਬਿਕੋਜ਼ ਆਫ ਦਿਸ ਕਿ ਮੇਰਾ ਬੈਕਗਰਾਊਂਡ ਸਾਇੰਸ ਨਹੀਂ ਹੈ, 10 ਤੋਂ 12 ਕੁਐਸਚਨ ਨੇ ਜਿਹੜੇ ਆਪਣੇ ਸਕਿਪ ਕਰ ਆਉਂਦੇ ਨੇ ਜਾਂ ਗਲਤ ਕਰ ਆਉਂਦੇ ਨੇ, ਉਹਨਾਂ ਲਈ ਪ੍ਰੋਪਰਲੀ ਅਗਰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਸਟਾਰਟਿੰਗ ਤੋਂ ਲੈ ਕੇ। ਠੀਕ ਹੈ ਜੀ, ਸਟੈਪ ਬਾਏ ਸਟੈਪ ਕੋਸ਼ਿਸ਼ ਕਰਾਂਗੇ ਅੱਗੇ ਵਧਣ ਦੀ। ਸਾਰਾ ਕੁਝ ਸਮਝ ਆਏਗਾ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਤਾਂ ਚਲੋ ਫਿਰ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਸਟਾਰਟ ਕਰਦੇ ਹਾਂ। ਦੇਖੋ ਡਾਇਨਾਮਿਕ ਤੋਂ ਅਗਰ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਆਪਾਂ ਸਟਾਰਟਿੰਗ ਕਿੱਥੋਂ ਕਰਾਂਗੇ? ਮੋਸ਼ਨ ਤੋਂ ਕਰਾਂਗੇ। ਮੋਸ਼ਨ ਦੀਆਂ ਟਾਈਪਸ ਦੇਖਾਂਗੇ ਆਪਾਂ, ਠੀਕ ਹੈ, ਅੱਜ ਦੀ ਵੀਡੀਓ ਦੇ ਵਿੱਚ। ਆਫਟਰ ਦੈਟ ਆਪਾਂ ਡਿਸਕਸ ਕਰਾਂਗੇ ਕਿ ਜੋ ਮਕੈਨਿਕਸ ਹੁੰਦਾ ਹੈ ਉਹ 2 ਟਾਈਪਸ ਦਾ ਹੁੰਦਾ ਹੈ, ਸਟੈਟਿਕਸ ਔਰ ਡਾਇਨਾਮਿਕਸ। ਠੀਕ ਹੈ, ਜੋ ਕਿ ਆਪਣੇ ਅਗਰ ਗੱਲ ਕਰੀਏ ਸਟੈਟਿਕਸ ਦਾ ਜਸਟ ਇੱਕ ਮੇਬੀ ਇੱਕ ਟੌਪਿਕ ਹੈ ਜੋ ਆਪਣੇ ਸਿਲੇਬਸ ਦੇ ਵਿੱਚ ਹੈ, ਉਸ ਨੂੰ ਵੀ ਕਵਰ ਕਰਾਂਗੇ। ਬਟ ਅਗਰ ਗੱਲ ਕਰੀਏ ਡਾਇਨਾਮਿਕਸ ਦੀ, ਤਾਂ ਡਾਇਨਾਮਿਕਸ ਦੇ ਪ੍ਰੋਪਰਲੀ ਆਪਾਂ ਡਿਟੇਲ ਦੇ ਵਿੱਚ ਸਾਰਾ ਕੁਝ ਡਿਸਕਸ ਕਰਨਾ ਹੈ। ਆਫਟਰ ਦੈਟ ਅਗਰ ਆਪਾਂ ਗੱਲ ਕਰੀਏ ਕੁਛ ਚੀਜ਼ਾਂ ਨੇ ਜੋ ਡਾਇਨਾਮਿਕਸ ਦੇ ਵਿੱਚ, ਜਿਵੇਂ ਕਿ ਜੋ ਕਿ ਬਹੁਤ ਇੰਪੋਰਟੈਂਟ ਨੇ, ਜਿਵੇਂ ਕਿ ਵੈਲੋਸਿਟੀ ਕੀ ਹੈ, ਸਪੀਡ ਕੀ ਹੈ, ਡਿਸਪਲੇਸਮੈਂਟ ਕੀ ਹੈ, ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅੱਜ ਆਪਾਂ ਜਾਣਾਂਗੇ। ਕਲੀਅਰ? ਤਾਂ ਚਲੋ ਫਿਰ ਸਟਾਰਟ ਕਰਦੇ ਹਾਂ। ਦੇਖੋ ਮੋਸ਼ਨ, ਸਭ ਤੋਂ ਪਹਿਲਾਂ ਤਾਂ ਆ ਗਿਆ ਤੁਹਾਡੇ ਕੋਲ ਕਿ ਮੋਸ਼ਨ ਕੀ ਹੈ। ਮੋਸ਼ਨ ਕੀ ਹੁੰਦਾ? ਅਗਰ ਆਪਾਂ ਸਿੰਪਲ ਸ਼ਬਦਾਂ ਵਿੱਚ ਥੋੜ੍ਹਾ ਜਿਹਾ ਆਪਣੇ ਰੀਅਲ ਲਾਈਫ ਦੇ ਨਾਲ ਇਸ ਨੂੰ ਰਿਲੇਟ ਕਰਕੇ ਸਟੱਡੀ ਕਰੀਏ ਤਾਂ ਮੋਸ਼ਨ ਕੀ ਹੁੰਦਾ? ਕੋਈ ਵੀ ਓਬਜੈਕਟ, ਕੋਈ ਵੀ ਚੀਜ਼ ਲਿਵਿੰਗ ਹੋ ਸਕਦੀ ਹੈ, ਨੋਨ ਲਿਵਿੰਗ ਹੋ ਸਕਦੀ ਹੈ, ਜੋ ਆਪਣੇ ਅਰਾਊਂਡ ਅਗਰ ਆਪਾਂ ਗੱਲ ਕਰੀਏ ਆਪਾਂ ਦੇਖ ਪਾ ਰਹੇ ਹਾਂ ਕਿ ਉਹ ਹਿੱਲ ਰਹੀ ਹੈ, ਜੋ ਮੂਵ ਕਰ ਰਹੀ ਹੈ, ਜੋ ਮੋਸ਼ਨ ਦੇ ਵਿੱਚ ਹੈ, ਉਸ ਨੂੰ ਆਪਾਂ ਮੋਸ਼ਨ ਬੋਲਦੇ ਹਾਂ। ਠੀਕ ਹੈ, ਅਗਰ ਕੋਈ ਵੀ ਓਬਜੈਕਟ ਹੈ ਆਪਣੀ ਪੋਜੀਸ਼ਨ ਨੂੰ ਚੇਂਜ ਕਰ ਰਿਹਾ ਹੈ, ਫੋਰ ਐਗਜ਼ਾਮਪਲ ਇੱਥੇ ਮੇਰੇ ਕੋਲ ਕੀ ਸੀ, ਇੱਕ ਟੇਬਲ ਸੀ। ਠੀਕ ਹੈ ਜੀ, ਇੱਥੇ ਮੇਰੇ ਕੋਲ ਇੱਕ ਟੇਬਲ ਸੀ। ਅਗਰ ਮੈਂ ਇਸਨੂੰ ਪੁਸ਼ ਕਰ ਰਹੀ ਹਾਂ ਤਾਂ ਇਹ ਓਬਵੀਅਸ ਜੀ ਗੱਲ ਹੈ ਕਿ ਆਪਣੀ ਜੋ ਪੋਜੀਸ਼ਨ ਹੈ ਉਸ ਨੂੰ ਚੇਂਜ ਕਰੇਗਾ। ਤਾਂ ਇਹ ਕੀ ਹੋ ਰਿਹਾ, ਮੇਰਾ ਟੇਬਲ ਇੱਥੇ ਸੀ, ਉਹ ਇੱਥੇ ਪਹੁੰਚ ਗਿਆ, ਮਤਲਬ ਉਸਨੇ ਆਪਣੀ ਪੋਜੀਸ਼ਨ ਨੂੰ ਚੇਂਜ ਕੀਤਾ। ਔਰ ਉਸਨੂੰ ਆਪਣੀ ਪੋਜੀਸ਼ਨ ਕੀ ਚੇਂਜ ਕਰਦੇ ਹੋਏ ਕੁਛ ਟਾਈਮ ਤਾਂ ਲੱਗੇਗਾ ਨਾ। ਫੋਰ ਐਗਜ਼ਾਮਪਲ ਅਗਰ ਆਪਾਂ ਇਹ ਬੱਚਾ ਹੈ, ਦੌੜ ਰਿਹਾ ਹੈ, ਠੀਕ ਹੈ, ਹੁਣ ਇਹ ਮੋਸ਼ਨ ਦੇ ਵਿੱਚ ਹੈ ਕਿਉਂਕਿ ਇਹ ਆਪਣੀ ਪੋਜੀਸ਼ਨ ਨੂੰ ਚੇਂਜ ਕਰ ਰਿਹਾ ਹੈ ਫਰੋਮ ਅਗਰ ਆਪਾਂ ਗੱਲ ਕਰੀਏ ਇੱਥੇ ਇਸਨੇ ਇੱਥੋਂ ਸਟਾਰਟ ਕੀਤਾ
ਔਰ ਦੌੜਦਾ ਹੋਇਆ ਇੱਥੇ ਐਂਡਿੰਗ ਪੁਆਇੰਟ ਤੱਕ ਇੱਥੇ ਪਹੁੰਚ ਗਿਆ, ਮਤਲਬ ਇਹ ਆਪਣੀ ਪੋਜੀਸ਼ਨ ਨੂੰ ਚੇਂਜ ਕਰ ਰਿਹਾ ਹੈ। ਬਟ ਇੱਦਾਂ ਤਾਂ ਨਹੀਂ ਹੈ ਕਿ ਜਿਸ ਟਾਈਮ ਤੇ ਇਹਨੇ ਸਟਾਰਟ ਕੀਤੀ ਸੀ ਉਸੇ ਟਾਈਮ ਤੇ ਇਹ ਆਪਣੀ ਪੋਜੀਸ਼ਨ ਤੱਕ ਪਹੁੰਚ ਗਿਆ ਹੋਏਗਾ, ਨਹੀਂ ਨਾ, ਮਤਲਬ ਇਸ ਨੂੰ ਆਪਣੀ ਪੋਜੀਸ਼ਨ ਚੇਂਜ ਕਰਨ ਦੇ ਵਿੱਚ ਕੁਝ ਨਾ ਕੁਝ ਟਾਈਮ ਤਾਂ ਲੱਗਾ ਹੋਏਗਾ। ਹੋ ਸਕਦਾ 10 ਮਿੰਟ ਲੱਗੇ ਹੋਣ, 5 ਸੈਕਿੰਡ ਲੱਗੇ ਹੋਣ, ਕੁਝ ਟਾਈਮ ਤਾਂ ਇਸ ਨੂੰ ਲੱਗਿਆ ਹੋਏਗਾ। ਸੋ ਮੋਸ਼ਨ ਨੂੰ ਅਗਰ ਆਪਾਂ ਸਿੰਪਲ ਸ਼ਬਦਾਂ ਵਿੱਚ ਕਹੀਏ ਐਜ਼ ਅ ਡੈਫੀਨੇਸ਼ਨ, ਤਾਂ ਕੀ ਹੋਏਗਾ, ਕੋਈ ਵੀ ਆਬਜੈਕਟ ਜਦੋਂ ਆਪਣੀ ਪੋਜੀਸ਼ਨ ਨੂੰ ਚੇਂਜ ਕਰਦਾ ਓਵਰ ਟਾਈਮ ਤਾਂ ਉਹ ਆਪਣੇ ਕੋਲ ਕੀ ਹੁੰਦਾ, ਮੋਸ਼ਨ ਹੁੰਦਾ ਹੈ। ਕਲੀਅਰ ਹੈ ਇਹ ਚੀਜ਼? ਕੁਝ ਹੋਰ ਐਗਜ਼ਾਮਪਲ ਲੈ ਲੈਣੇ, ਕਲੀਅਰ ਹੋ ਜਾਣਾ ਹੈ। ਐਨੀਥਿੰਗ ਦੈਟ ਮੂਵਸ ਇਜ਼ ਇਨ ਮੋਸ਼ਨ। ਤੁਸੀਂ ਇੱਕ ਉਹੀ ਜਿਹੜੀ ਮੈਂ ਹੁਣੀ ਐਗਜ਼ਾਮਪਲ ਦਿੱਤੀ ਟੇਬਲ ਲਈ, ਉਹ ਟੇਬਲ ਆਪਣੇ ਕੋਲ ਕਿਹਦੇ ਵਿੱਚ ਸੀਗਾ, ਏ ਪੁਆਇੰਟ ਵਿੱਚ ਸੀਗਾ, ਏ ਪੁਆਇੰਟ ਦੇ ਉੱਪਰ ਸੀਗਾ, ਆਪਾਂ ਨੇ ਉਸਨੂੰ ਪੁਸ਼ ਕੀਤਾ ਔਰ ਉਹ ਕਿਹਦੇ ਵਿੱਚ ਕਿਸ ਪੁਆਇੰਟ ਦੇ ਉੱਪਰ ਆ ਗਿਆ, ਬੀ ਪੁਆਇੰਟ ਦੇ ਉੱਪਰ ਆ ਗਿਆ, ਮਤਲਬ ਉਹ ਕੀ ਹੋਇਆ, ਮੂਵ ਹੋਇਆ। ਠੀਕ ਹੈ, ਔਰ ਉਸਨੇ ਕੀ ਕੀਤਾ, ਆਪਣੀ ਪੋਜੀਸ਼ਨ ਨੂੰ ਚੇਂਜ ਕੀਤਾ। ਪੋਜੀਸ਼ਨ ਨੂੰ ਚੇਂਜ ਕੀਤਾ ਤਾਂ ਉਸ ਦੇ ਵਿੱਚ ਥੋੜਾ ਬਹੁਤ ਸਮਾਂ ਵੀ ਲੱਗਿਆ ਹੋਏਗਾ। ਠੀਕ ਹੈ, ਐਦਾਂ ਨਹੀਂ ਹੈ ਕਿ 5 ਸੈਕਿੰਡ 2 ਸੈਕਿੰਡ, ਕੁਛ ਟਾਈਮ ਤਾਂ ਲੱਗਿਆ ਹੋਏਗਾ। ਸੋ ਉਹ ਆਪਣੇ ਕੋਲ ਕੀ ਹੁੰਦਾ, ਮੋਸ਼ਨ ਹੁੰਦਾ। ਜੋ ਵੀ ਚੀਜ਼ ਸਾਡੇ ਅਰਾਊਂਡ ਕੀ ਹੋ ਰਹੀ ਹੈ, ਮੂਵ ਹੋ ਰਹੀ ਹੈ, ਉਸਨੂੰ ਆਪਾਂ ਮੋਸ਼ਨ ਬੋਲਦੇ ਹਾਂ ਵਿਦ ਰਿਸਪੈਕਟ ਟੂ ਟਾਈਮ। ਠੀਕ ਹੈ ਜੀ, ਚਲਿਏ ਅੱਗੇ। ਹੁਣ ਜਿਵੇਂ ਅਗਰ ਆਪਾਂ ਰੈਗੂਲਰ ਲਾਈਫ ਦੇ ਵਿੱਚ ਥੋੜ੍ਹਾ ਜਿਹਾ ਦੇਖੀਏ, ਅਗਰ ਆਪਾਂ ਸਿੰਪਲ ਸ਼ਬਦਾਂ ਵਿੱਚ ਕਹੀਏ ਤਾਂ ਹਰ ਇੱਕ ਚੀਜ਼ ਕਿਤੇ ਨਾ ਕਿਤੇ 2 ਕੰਡੀਸ਼ਨਸ ਦੇ ਵਿੱਚ ਆਪਾਂ ਨੂੰ ਆਪਣੇ ਜੋ ਆਲੇ ਦੁਆਲੇ ਦੇਖਣ ਨੂੰ ਮਿਲਦੀ ਹੈ। ਫਸਟ ਵਨ ਇਜ਼ ਰੈਸਟ ਐਂਡ ਸੈਕਿੰਡ ਵਨ ਇਜ਼ ਮੋਸ਼ਨ। ਜਾਂ ਫਿਰ ਆਪਾਂ ਰੈਸਟ ਦੇ ਵਿੱਚ ਕੁਝ ਪਿਆ ਹੋਇਆ ਦੇਖਾਂਗੇ ਜਾਂ ਫਿਰ ਮੋਸ਼ਨ। ਤੁਸੀਂ ਇਸ ਟਾਈਮ ਬੈਠੇ ਹੋ, ਵੀਡੀਓ ਦੇਖ ਰਹੇ ਹੋ, ਪੜ੍ਹ ਰਹੇ ਹੋ, ਤਾਂ ਤੁਸੀਂ ਆਪਣੇ ਆਲੇ ਦੁਆਲੇ ਨਜ਼ਰ ਮਾਰੋ, ਤੁਹਾਨੂੰ ਸਿਰਫ 2 ਹੀ ਕੰਡੀਸ਼ਨਸ ਨਜ਼ਰ ਆਉਣਗੀਆਂ। ਜਾਂ ਤਾਂ ਕੋਈ ਜਿਵੇਂ ਫੋਰ ਐਗਜ਼ਾਮਪਲ ਟੇਬਲ, ਚੇਅਰ, ਇਹ ਸਭ ਕੁਝ ਰੈਸਟ ਦੇ ਵਿੱਚ ਹੋਏਗਾ, ਜੋ ਤੱਕ ਉਸ ਦੇ ਉੱਪਰ ਕੋਈ ਉਸ ਨੂੰ ਫੋਰਸ ਨਹੀਂ ਲਗਾਉਂਦਾ, ਮਤਲਬ ਜੋ ਤੱਕ ਉਸ ਨੂੰ ਆ ਕੇ ਕੋਈ ਹਿਲਾਉਂਦਾ ਨਹੀਂ, ਕੋਈ ਉਸ ਦੇ ਉੱਪਰ ਫੋਰਸ ਨਹੀਂ ਲਗਾਏਗਾ। ਠੀਕ ਹੈ, ਉਦੋਂ ਤੱਕ ਉਹ ਰੈਸਟ ਦੇ ਵਿੱਚ ਹੋਣਗੀਆਂ। ਅਗਰ ਗੱਲ ਕਰੀਏ ਜਾਂ ਫਿਰ ਕੀ ਹੋਏਗਾ, ਪ੍ਰੋਪਰਲੀ ਅਗਰ ਆਪਾਂ ਦੇਖੀਏ ਕੋਈ ਨਾ ਕੋਈ ਚੀਜ਼ ਮੋਸ਼ਨ ਦੇ ਵਿੱਚ ਹੋਏਗੀ। ਫੋਰ ਐਗਜ਼ਾਮਪਲ ਉੱਪਰ ਆਪਣੇ ਫੈਨ ਚੱਲ ਰਿਹਾ ਹੋਏਗਾ, ਫੈਨ ਤਾਂ ਨਹੀਂ ਰੁਕਿਆ ਹੋਇਆ, ਫੈਨ ਚੱਲ ਰਿਹਾ ਨਾ ਕੰਟੀਨਿਊਸਲੀ, ਤਾਂ ਉਹ ਕਿਹਦੇ ਵਿੱਚ ਹੈ, ਮੋਸ਼ਨ ਦੇ ਵਿੱਚ ਹੈ, ਕਿਉਂਕਿ ਉਹ ਮੂਵ ਕਰ ਰਿਹਾ। ਮੂਵਮੈਂਟ ਟੂ ਸੇ, ਹੁਣ ਮੋਸ਼ਨ ਕਈ ਤਰੀਕੇ ਦਾ ਹੁੰਦਾ। ਹੁਣ ਤੁਸੀਂ ਕਹੋਗੇ ਕਿ ਮੈਮ ਫੈਨ ਤਾਂ ਇੱਕ ਹੀ ਜਗ੍ਹਾ 'ਤੇ ਉਹ ਆਪਣੀ ਜਗ੍ਹਾ ਤੋਂ ਨਹੀਂ ਹਿੱਲ ਰਿਹਾ, ਬਟ ਧਿਆਨ ਨਾਲ ਦੇਖਿਆ ਜਾਵੇ ਤਾਂ ਉਹ ਮੋਸ਼ਨ ਹੈ। ਮੋਸ਼ਨ ਦੀਆਂ ਡਿਫਰੈਂਟ ਟਾਈਪਸ ਹੁੰਦੀਆਂ ਨੇ। ਸਰਕੂਲਰ ਮੋਸ਼ਨ ਹੋ ਗਿਆ, ਰੈਕਟੀਲੀਅਨ ਮੋਸ਼ਨ ਹੋ ਗਿਆ, ਜਿਹਦੇ ਵਿੱਚ ਆਪਾਂ ਇਹ ਸਾਰਾ ਕੁਝ ਸਟੱਡੀ ਕਰਾਂਗੇ। ਠੀਕ ਹੈ, ਤਾਂ ਜੋ ਚੀਜ਼ ਮੂਵ ਕਰ ਰਹੀ ਆ ਉਹ ਆਪਣੇ ਕੋਲ ਕਿਹਦੇ ਵਿੱਚ ਹੁੰਦੀ ਹੈ, ਮੋਸ਼ਨ ਦੇ ਵਿੱਚ ਹੁੰਦੀ ਹੈ। ਕਲੀਅਰ? ਫੋਰ ਐਗਜ਼ਾਮਪਲ ਸੜਕ ਦੇ ਉੱਪਰ ਆਪਾਂ ਦੇਖ ਰਹੇ ਹਾਂ ਕਿ ਕਾਰ ਜਾ ਰਹੀ ਹੈ, ਕਾਰ ਚੱਲ ਰਹੀ ਹੈ, ਦੈਟ ਇਜ਼ ਅ ਮੋਸ਼ਨ। ਸੜਕ ਦੇ ਉੱਪਰ ਅਗਰ ਕੋਈ ਪਰਸਨ ਜਾ ਰਿਹਾ ਜਾਂ ਸਟਰੀਟ ਦੇ ਵਿੱਚ ਕੋਈ ਪਰਸਨ ਤੁਰ ਕੇ ਜਾ ਰਿਹਾ, ਦੈਟ ਇਜ਼ ਅ ਮੋਸ਼ਨ। ਠੀਕ ਹੈ, ਸਕਾਈ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਅਸਮਾਨ ਦੇ ਵਿੱਚ ਚਿੜੀਆਂ ਉੱਡ ਰਹੀਆਂ ਨੇ, ਦੈਟ ਇਜ਼ ਅ ਮੋਸ਼ਨ। ਤਾਂ ਇਹ ਸਭ ਕੁਝ ਕੀ ਹੈ, ਮੋਸ਼ਨ ਦੇ ਵਿੱਚ ਹੈ। ਕਲੀਅਰ ਹੈ ਇਹ ਚੀਜ਼? ਮੋਸ਼ਨ ਬਿਲਕੁਲ ਬੇਸਿਕ ਜਿਹੀ ਚੀਜ਼ ਸੀ। ਉਮੀਦ ਹੈ ਇੰਨੀਆਂ ਸਾਰੀ ਐਗਜ਼ਾਮਪਲਸ ਤੋਂ ਬਾਅਦ ਤੁਹਾਨੂੰ ਕਲੀਅਰ ਹੋ ਹੀ ਗਿਆ ਹੋਏਗਾ। ਆਫਟਰ ਦੈਟ ਅਗਰ ਆਪਾਂ ਗੱਲ ਕਰੀਏ, ਇਹ ਤਾਂ ਸੀ ਆਪਣੇ ਕੋਲ ਮੋਸ਼ਨ ਕੀ ਚੀਜ਼ ਹੈ। ਠੀਕ ਹੈ, ਕਿਉਂਕਿ ਅਗਰ ਹੁਣ ਆਪਾਂ ਮੋਸ਼ਨ ਸਟੱਡੀ ਕਰ ਲਿਆ ਤਾਂ ਕਿਤੇ ਨਾ ਕਿਤੇ ਜੋ ਵੀ ਆਪਾਂ ਡਾਇਨਾਮਿਕਸ ਦੇ ਵਿੱਚ ਸਟੱਡੀ ਕਰਨਾ ਹੈ ਉਹ ਇਸੇ ਤਰੀਕੇ ਨਾਲ ਆਪਾਂ ਸਟੱਡੀ ਕਰਨਾ ਹੈ। ਠੀਕ ਹੈ, ਹੁਣ ਅੱਗੇ ਦੇਖੋ ਟਾਈਪਸ ਆਫ ਮੋਸ਼ਨ ਕੀ ਹੁੰਦੀਆਂ ਨੇ। ਟਾਈਪਸ ਆਫ ਮੋਸ਼ਨ ਦੀ ਅਗਰ ਆਪਾਂ ਗੱਲ ਕਰੀਏ ਤਾਂ ਕਿਹੜੀਆਂ ਟਾਈਪਸ ਨੇ ਜੋ ਮੋਸ਼ਨ ਦੇ ਅੰਦਰ ਹੁੰਦੀਆਂ ਨੇ। ਠੀਕ ਹੈ, ਹੁਣ ਮੋਸ਼ਨ ਸਿਰਫ ਇੱਕ ਤਰੀਕੇ ਦਾ ਨਹੀਂ ਹੁੰਦਾ। ਜਿਵੇਂ ਕਿ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਆਪਣੇ ਆਲੇ ਦੁਆਲੇ ਨਜ਼ਰ ਮਾਰੋ ਤਾਂ ਕਿਤੇ ਨਾ ਕਿਤੇ ਤੁਹਾਨੂੰ ਸਾਰਾ ਕੁਝ ਹੀ ਮੋਸ਼ਨ ਦੇ ਵਿੱਚ ਨਜ਼ਰ ਆਏਗਾ, ਔਰ ਉਹ ਡਿਫਰੈਂਟ ਟਾਈਪ ਨਾਲ ਮੂਵ ਕਰ ਰਿਹਾ ਹੋਏਗਾ। ਲਾਈਕ ਫੈਨ ਹੋ ਗਿਆ, ਠੀਕ ਹੈ, ਤਾਂ ਉੱਥੇ ਕੀ ਹੋਏਗਾ, ਡਿਫਰੈਂਟ ਟਾਈਪਸ ਹੁੰਦੀਆਂ ਨੇ ਮੋਸ਼ਨ ਦੀਆਂ, ਉਹਨਾਂ ਨੂੰ ਆਪਾਂ ਸਟੱਡੀ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਕੀ ਨਜ਼ਰ ਆ ਰਿਹਾ ਤੁਹਾਨੂੰ, ਰੈਕਟੀਲੀਨੀਅਰ। ਠੀਕ ਹੈ, ਇੱਥੇ ਤੁਸੀਂ ਇੱਕ ਚੀਜ਼ ਦੇਖ ਪਾ ਰਹੇ ਹੋ। ਜਦੋਂ ਵੀ ਮੈਂ ਇਹ ਵਰਡ ਦਿਖਦੀ ਹਾਂ ਜਾਂ ਬੋਲਦੀ ਹਾਂ ਤਾਂ ਉੱਥੇ ਵਿੱਚ ਇੱਕ ਚੀਜ਼ ਜ਼ਰੂਰ ਮੈਨੂੰ ਨਜ਼ਰ ਆਉਂਦੀ ਹੈ, ਵਿਚ ਇਜ਼ ਲਾਈਨ ਵਰਡ ਜੋ ਹੈ ਇਸ ਵਰਡ ਦੇ ਅੰਦਰ ਮੈਨੂੰ ਜ਼ਰੂਰ ਨਜ਼ਰ ਆਉਂਦਾ ਹੈ। ਤਾਂ ਲਾਈਨ ਦਾ ਮਤਲਬ ਕੀ ਹੋ ਗਿਆ, ਅਗਰ ਸਿੰਪਲ ਸ਼ਬਦਾਂ ਵਿੱਚ ਦੇਖਿਆ ਜਾਵੇ ਕਿ ਉਹ ਮੋਸ਼ਨ ਜੋ ਇੱਕ ਸਟ੍ਰੇਟ ਲਾਈਨ ਦੇ ਵਿੱਚ ਹੁੰਦਾ ਹੈ। ਫੋਰ ਐਗਜ਼ਾਮਪਲ ਇਹ ਜੋ ਪਰਸਨ ਹੈ, ਠੀਕ ਹੈ, ਇਹ ਕੀ ਕਰ ਰਿਹਾ ਹੈ, ਸਕੇਟਿੰਗ ਕਰ ਰਿਹਾ ਹੈ, ਤਾਂ ਇਹ ਤਾਂ ਆਪਾਂ ਨੂੰ ਚੀਜ਼ ਕਲੀਅਰ ਹੈ ਨਾ ਕਿ ਅਗਰ ਇਹ ਮੂਵ ਕਰੇਗਾ ਤਾਂ ਸਟ੍ਰੇਟ ਲਾਈਨ ਦੇ ਵਿੱਚ ਕਰੇਗਾ। ਦ ਬੈਸਟ ਐਗਜ਼ਾਮਪਲ ਇਜ਼ ਟ੍ਰੇਨ। ਠੀਕ ਹੈ, ਤੁਸੀਂ ਟ੍ਰੇਨ ਕਿਸ ਤਰੀਕੇ ਨਾਲ ਮੂਵ ਕਰਦੀ ਹੈ, ਠੀਕ ਹੈ, ਟ੍ਰੇਨ ਬਿਲਕੁਲ ਸਟ੍ਰੇਟ ਚੱਲਦੀ ਹੈ, ਉਸਦਾ ਜੋ ਪਾਥ ਹੁੰਦਾ ਬਿਲਕੁਲ ਸਟ੍ਰੇਟ ਹੁੰਦਾ। ਠੀਕ ਹੈ, ਬਿਲਕੁਲ ਸਿੱਧੀ ਹੁੰਦੀ ਹੈ, ਇੱਕ ਲਾਈਨ ਦੇ ਵਿੱਚ ਮੂਵ ਕਰਦੀ ਹੈ, ਉਸ ਨੂੰ ਆਪਾਂ ਕੀ ਬੋਲਦੇ ਹਾਂ, ਰੈਕਟੀਲੀਨੀਅਰ ਬੋਲਦੇ ਹਾਂ। ਅੱਗੇ ਥੋੜਾ ਜਿਹਾ ਹੋਰ ਇਸ ਨੂੰ ਐਗਜ਼ਾਮਪਲਸ ਨਾਲ ਸਮਝਾਂਗੇ। ਫਿਲਹਾਲ ਅੱਗੇ ਅਗਰ ਆਪਾਂ ਗੱਲ ਕਰੀਏ ਸਰਕੂਲਰ ਮੋਸ਼ਨ ਕਿਹੜਾ ਹੁੰਦਾ ਹੈ, ਜੋ ਇੱਕ ਸਰਕਲ ਦੇ ਵਿੱਚ ਹੁੰਦਾ ਹੈ। ਠੀਕ ਹੈ, ਜੋ ਇੱਕ ਸਰਕਲ ਦੇ ਵਿੱਚ ਹੁੰਦਾ ਉਸ ਨੂੰ ਆਪਾਂ ਸਰਕੂਲਰ ਮੋਸ਼ਨ ਬੋਲਦੇ ਹਾਂ। ਆਫਟਰ ਦੈਟ ਅਗਰ ਆਪਾਂ ਗੱਲ ਕਰੀਏ ਰੋਟੇਸ਼ਨਲ ਮੋਸ਼ਨ ਕਿਹੜਾ ਹੋਏਗਾ, ਜੋ ਅਗਰ ਆਪਾਂ ਗੱਲ ਕਰੀਏ ਰੋਟੇਟ ਹੁੰਦਾ ਰਹਿੰਦਾ। ਫੋਰ ਐਗਜ਼ਾਮਪਲ ਫੁੱਟਬਾਲ ਹੈ, ਅਗਰ ਇਸ ਨੂੰ ਆਪਾਂ ਮੂਵ ਕਰਾਂਗੇ ਤਾਂ ਰੋਟੇਟ ਹੋਏਗੀ। ਰੋਟੇਟ ਮੀਨਸ ਇਹ ਆਪਣੇ ਆਪ ਦੇ ਵਿੱਚ ਹੀ ਰੋਟੇਟ ਹੁੰਦੀ ਰਹੇਗੀ। ਠੀਕ ਹੈ, ਅੱਗੇ ਅਗਰ ਆਪਾਂ ਗੱਲ ਕਰੀਏ ਪੀਰੀਓਡਿਕ ਮੋਸ਼ਨ ਕੀ ਹੁੰਦਾ ਹੈ, ਜੋ ਇੱਕ ਟਾਈਮ ਤੇ ਬਾਅਦ ਰਿਪੀਟ ਹੋਣਾ ਸ਼ੁਰੂ ਹੋ ਜਾਂਦਾ ਹੈ। ਫੋਰ ਐਗਜ਼ਾਮਪਲ ਪੈਂਡੂਲਮ। ਹੁਣ ਅਗਰ ਆਪਾਂ ਪੈਂਡੂਲਮ ਦੀ ਗੱਲ ਕਰੀਏ, ਆਪਾਂ ਨੂੰ ਪਤਾ ਹੈ ਆਪਾਂ ਪੈਂਡੂਲਮ ਦੇ ਵਿੱਚ ਕਿੱਦਾਂ ਹੁੰਦਾ ਹੈ ਕਿ ਜਦੋਂ ਆਪਾਂ ਇਸ ਨੂੰ ਇਸ ਤਰੀਕੇ ਨਾਲ
ਇਹ ਇੱਥੇ ਜਾਏਗਾ, ਫਿਰ ਵਾਪਸ ਇੱਥੇ ਆ ਜਾਏਗਾ, ਫਿਰ ਵਾਪਸ ਇੱਥੇ ਆ ਜਾਏਗਾ, मतलब एक टाइम के बाद ये की ਹੁੰਦਾ ਰਹੇਗਾ, ਰਿਪੀਟ ਹੁੰਦਾ ਰਹੇਗਾ। ਇਸ ਨੂੰ ਆਪਾਂ ਕੀ ਬੋਲਦੇ ਆ, ਪੀਰੀਓਡਿਕ। ਪੀਰੀਓਡਿਕ ਮਤਲਬ ਪੀਰੀਅਡ, मतलब ਅਗਰ ਆਪਾਂ ਗੱਲ ਕਰੀਏ ਕਿ ਸਹੀ ਸਮੇਂ ਤੋਂ ਬਾਅਦ ਦੁਬਾਰਾ ਇਹ ਕੀ ਹੋਣਾ ਸ਼ੁਰੂ ਕਰ ਦਿੰਦਾ ਹੈ, ਰਿਪੀਟ ਹੋਣਾ ਸ਼ੁਰੂ ਕਰ ਦਿੰਦਾ ਹੈ। ਕਲੀਅਰ ਹੈ ਇਹ ਚੀਜ਼, ਠੀਕ ਹੈ। ਤਾਂ ਹੁਣ ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਸਟੱਡੀ ਕਰਦੇ ਹਾਂ। ਸਭ ਤੋਂ ਪਹਿਲੀ ਟਾਈਪ ਤੁਹਾਡੇ ਸਾਹਮਣੇ ਕਿਸੇ ਰੈਕਟੀਲੀਨੀਅਰ ਮੋਸ਼ਨ। ਰੈਕਟੀਲੀਨੀਅਰ ਨੂੰ ਆਪਾਂ ਕਿਸ ਤਰੀਕੇ ਨਾਲ ਦੇਖਣਾ ਹੈ, ਦੇਖੋ ਧਿਆਨ ਨਾਲ। ਰੈਕਟੀਲੀਨੀਅਰ ਮਤਲਬ ਜੋ ਇੱਕ ਲਾਈਨ ਦੇ ਵਿੱਚ ਸਟ੍ਰੇਟਲੀ ਮੋਸ਼ਨ ਹੁੰਦਾ ਹੈ, ਉਸ ਨੂੰ ਆਪਾਂ ਕੀ ਬੋਲਦੇ ਹਾਂ, ਰੈਕਟੀਲੀਨੀਅਰ ਮੋਸ਼ਨ ਬੋਲਦੇ ਹਾਂ। ਰੈਕਟੀਲੀਨੀਅਰ ਮੋਸ਼ਨ ਇਜ਼ ਅ ਪਾਰਟੀਕਲਸ ਮੋਸ਼ਨ ਅਲੋਂਗ ਅ ਸਟ੍ਰੇਟ ਲਾਈਨ। ਬਸ ਇਹਦੇ ਵਿੱਚ ਇਹ ਚੀਜ਼ ਆਪਣੇ ਮਾਈਂਡ ਦੇ ਵਿੱਚ ਰੱਖ ਲਓ ਕਿ ਕਿਹਦੇ ਅਲੋਂਗ ਹੁੰਦਾ, ਸਟ੍ਰੇਟ ਲਾਈਨ ਦੇ ਅਲੋਂਗ ਹੁੰਦਾ। ਦ ਐਗਜ਼ਾਮਪਲਸ ਆਰ ਟ੍ਰੇਨ, ਤੁਸੀਂ ਲੈ ਸਕਦੇ ਹੋ, ਠੀਕ ਹੈ। ਅਗਰ ਆਪਾਂ ਗੱਲ ਕਰੀਏ ਇਸ ਟਾਈਮ ਤੇ ਆਪਾਂ ਸੜਕ ਦੇ ਉੱਪਰ ਕਾਰ ਜਾਂਦੇ ਹੋਏ ਦੇਖ ਰਹੇ ਹਾਂ, ਠੀਕ ਹੈ, ਉਹ ਵੀ ਤਾਂ ਸਟ੍ਰੇਟ ਹੀ ਜਾਏਗੀ, ਠੀਕ ਹੈ। ਅਗਰ ਸੜਕ ਦੇ ਵਿੱਚ ਕੋਈ ਵੀ ਮੋੜ ਨਹੀਂ ਹੈ, ਠੀਕ ਹੈ, ਤਾਂ ਉਹ ਕੀ ਹੋਏਗੀ, ਸਿੱਧੀ ਹੋਏਗੀ ਬਿਲਕੁਲ। ਤਾਂ ਕਾਰਸ ਨੇ ਉਹਨਾਂ ਦੀ ਜੋ ਮੋਸ਼ਨ ਹੋਏਗੀ ਉਹ ਵੀ ਕੀ ਹੋਏਗੀ, ਰੈਕਟੀਲੀਨੀਅਰ ਹੋਏਗੀ, ਮਤਲਬ ਉਹ ਸਿੱਧਾ ਜਾਣਗੇ। ਦ ਬੈਸਟ ਐਗਜ਼ਾਮਪਲ ਇਜ਼ ਆਰਮੀ। ਤੁਸੀਂ ਅਗਰ ਆਰਮੀ ਨੂੰ ਕਦੇ ਵੀ ਅਗਰ ਆਪਾਂ ਗੱਲ ਕਰੀਏ, ਦੇਖਿਆ ਹੋਏਗਾ ਉਹਨਾਂ ਦੇ ਪ੍ਰੋਪਰ ਉਹਨਾਂ ਦਾ ਡਿਸਿਪਲਿਨ ਹੁੰਦਾ, ਠੀਕ ਹੈ, ਕਿ ਉਹ ਅਗਰ ਸਿੰਪਲ ਅਗਰ ਸ਼ਬਦਾਂ ਵਿੱਚ ਕਹੀਏ ਤਾਂ ਉਹਨਾਂ ਦਾ ਇੱਦਾਂ ਨਹੀਂ ਹੈ ਕਿ ਪ੍ਰੋਪਰਲੀ ਇੱਕ ਡਿਸਿਪਲਿਨਡ ਹੁੰਦੇ ਨੇ, ਔਰ ਉਹਨਾਂ ਦਾ ਜੋ ਮੋਸ਼ਨ ਹੁੰਦਾ ਉਹ ਇੱਕ ਰੈਕਟੀਲੀਨੀਅਰ ਅਗਰ ਆਪਾਂ ਇੱਥੇ ਦੇਖ ਪਾ ਰਹੇ ਹਾਂ, ਠੀਕ ਹੈ। ਕਿਉਂਕਿ ਇਹਦੇ ਵਿੱਚ ਕਿਤੇ ਵੀ ਇੱਦਾਂ ਨਹੀਂ ਹੈ ਕਿ ਕੋਈ ਵੀ ਪਰਸਨ ਜੋ ਹੈ ਕਿਤੇ ਵੀ ਪ੍ਰੋਪਰ ਚੇਂਜ ਹੋ ਜਾਏਗਾ, ਤਾਂ ਪ੍ਰੋਪਰ ਇੱਕ ਲਾਈਨ ਦੇ ਵਿੱਚ ਉਹਨਾਂ ਦਾ ਜੋ ਪੂਰਾ ਦਾ ਪੂਰਾ ਆਪਾਂ ਗਰੁੱਪ ਹੈ ਉਹ ਜਾਂਦੇ ਹੋਏ ਨਜ਼ਰ ਆ ਰਿਹਾ। ਤਾਂ ਸਿੰਪਲ ਇੱਕ ਐਗਜ਼ਾਮਪਲ ਇੱਥੇ ਤੁਹਾਡੇ ਸਾਹਮਣੇ ਰੱਖੀ ਹੈ, ਠੀਕ ਹੈ। ਅੱਗੇ ਅਗਰ ਆਪਾਂ ਗੱਲ ਕਰੀਏ ਸੈਕਿੰਡ ਆਪਣੇ ਕੋਲ ਟਾਈਪ ਸੀ ਸਰਕੂਲਰ ਮੋਸ਼ਨ। ਨਾਓ ਵਾਟ ਇਜ਼ ਸਰਕੂਲਰ ਮੋਸ਼ਨ? ਸਰਕੂਲਰ ਮੋਸ਼ਨ ਕੀ ਹੁੰਦਾ ਹੈ? ਸਰਕੂਲਰ ਮੋਸ਼ਨ ਇਜ਼ ਅ ਮੂਵਮੈਂਟ of an object along the circumference। ਹੁਣ ਉੱਥੇ ਆਪਾਂ ਗੱਲ ਕੀਤੀ ਸੀ along the straight line, ਇੱਕ straight line ਦੇ along ਹੁੰਦਾ। ਇੱਥੇ ਜੋ ਸਰਕੂਲਰ ਮੋਸ਼ਨ ਹੈ, ਸਰਕੂਲਰ ਸਰਕਲ ਦੀ ਇੱਥੇ ਗੱਲ ਹੋ ਰਹੀ ਹੈ, ਤਾਂ along a circumference ਹੋਏਗਾ of a circle or rotation along a circular path, ठीक है। ਜਾਂ ਤਾਂ ਉਹ अपने सर्कुलर पाथ के अकॉर्डिंग रोटेट करेगा, ਜਾਂ फिर वो सर्कुलर पाथ के अकॉर्डिंग की करेगा, अपना मूव करेगा, ठीक है। बेस्ट एग्जाम्पल इज अपनी जो अर्थ है वो किस तरीके नाल मूव करती है। अपनी जो अर्थ है वो सन के अराउंड मूव करती है ना, दिस इज इस तरीके नाल मूव करती है, ठीक है। अपना जो मून है वो अर्थ के इस तरीके नाल ही अराउंड मूव करता है। दिस पाथ इज नोन एज सर्कुलर मोशन। ये बिल्कुल बेसिक जो एग्जाम्पल है जो कि तुसी बड़ी ईजीली समझ सकते हो कि सर्कुलर मोशन हुंदा की है, किसी चीज़ से बिल्कुल राउंड घूमना। फॉर एग्जाम्पल मैं थोड़ा कह देवां कि एक कार है, वेट, कार है, ठीक है, दिस इज़ अ कार। अगर आप गल करिए, सॉरी, दिस इज़ अ पाथ, और जो कार है वो बिल्कुल इससे बिल्कुल नाल नाल जा रही है, ठीक है। इस मोशन के विच पूरा जो अपना कवर है वो कर रही है, एक सर्कल के विच कर रही है, दैन दैट इज़ मोशन ऑफ सर्कल, ठीक है। बट इस तरीके नाल अगर आप रियल लाइफ के लैके देखिए कि रियल लाइफ के अपन केड़ी एग्जाम्पल मिलेगी, द बेस्ट एग्जाम्पल इज सन एंड अर्थ, अर्थ एंड मून, क्योंकि वह जो पाथ अपना कवर करते हैं वो किहदे विच हुंदा है, एक सर्कल दे विच हुंदा है, सर्कुलर मोशन जिसनों आपां बोलते हैं। क्लीयर है ये चीज़? उम्मीद है सर्कुलर मोशन तुहानूं क्लीयर हो गया होएगा। देखो अगर इत्थे एक सर्कमफ्रेंस की गल हो रही है तो तुसी एक चीज़ नोटिस करो कि जो अर्थ है वो प्रॉपरली इज ए सर्कमफ्रेंस, मतलब जो इसका आप बोल सकते हैं कि जस्ट आउटसाइड जिसनों आप पैरीमीटर बोलते हैं, है ना, बट सर्कल का सर्कमफ्रेंस होंदा है। सो उसके सर्कमफ्रेंस दे विच ही जो है अपना जो पाथ है वो कवर करेगी, ठीक है। मतलब की है, तुसी इत्थों देख लो, रेडियस आप बोलते हैं, इतों सर्कल इदा इन्हों डिस्टेंस देख लो। अगर अर्थ इत्थे होएगी तो भी इन्हों डिस्टेंस वेखना, अगर अर्थ उत्थे होएगी तो भी, मतलब हर जगह पर जो डिस्टेंस है वो सेम होएगा। मतलब की है सेम डिस्टेंस, मतलब एक रेडियस नूं ध्यान में रखते हुए एक सर्कमफ्रेंस के अकॉर्डिंग वो अपना की करेगी, जो पाथ है वो कवर करेगी। ये हुंदा अपना सर्कुलर मोशन। क्लीयर है जी? अगे चलिए, अगे आप देख पा रहे हैं रोटेशनल मोशन। हुण की समझिए, रोटेशनल ते सर्कुलर दे विच इन्नी कन्फ्यूजन हुंदी है स्टूडेंट्स नूं। अज तुहाडी सारी कन्फ्यूजन आप दूर कर देनी है। देखो रोटेशनल सर्कमफ्रेंस सॉरी रोटेशनल जो मोशन है वो की हुंदा है, ठीक है। रोटेशनल मोशन कैन बी डिफाइंड एज अ मोशन ऑफ एन ऑब्जेक्ट अराउंड अ सर्कुलर पाथ इन अ फिक्स ऑर्बिट। हुण इत्थे ध्यान नाल समझो, ठीक है। ਜਾਂ फिर इदा करते हैं, पिक्चर्स नूं देख लैंदे हैं, तुहाडा सारा डाउट की हो जाना है, क्लीयर हो जाना है। आपने कौन सी एग्जाम्पल की सी सर्कुलर की, कि जदों अर्थ सन दे अराउंड घूमती है। अच्छा चलो, सन सबनों पता है कि अर्थ जो है सन दे अराउंड एक सर्कुलर पाथ विच घूमती है। क्लीयर है ये चीज़? बट अर्थ खुद भी तो रोटेट होंदी है, अपना भी तो पूरा एक सर्कल कंप्लीट करती है 24 आवर्स दे विच। अपना जो पूरा वो सर्कल कंप्लीट करती है, खुद भी तो वो घूमती है,
और खुद भी घूमती है और सन के आले दुआले भी घूमती है। ਜਿਹੜਾ ਉਹ खुद अर्थ रोटेट करती है, अपना एक सर्कल पूरा करती है 24 आवर्स जिसनों कंप्लीट करने ਦੇ ਵਿੱਚ लगते हैं, दैट मोशन इज़ नोन एज रोटेशनल मोशन। नाउ तुसी की डिफरेंस समझ पा रहे हो, वट इज़ द डिफरेंस बिटवीन सर्कुलर एंड रोटेशनल। रोटेशनल की हो गया अपने विच रोटेट होना, एक फिक्स पॉइंट हो गया। तुसी हुण देखो फॉर एग्जाम्पल इत्थे फैन है, इन्होंने एरोप्लेन का फैन लिया, तुम अपनी छत का फैन भी देख सकते हो। फैन है उसके एक फिक्स पॉइंट है, और उस फिक्स पॉइंट दे जो अगर आप गल करिए उस फिक्स पॉइंट तो बाद की हो रहा है, आपस दे विच ही रोटेट हो रहा है और आपस दे विच ही की कर रहे हैं, वो अपना एक कंप्लीट कर रहे हैं पाथ। ठीक है, एक फिक्स पॉइंट रखा जाएगा, उस तो बाद जो कंप्लीट होएगा दैट इज़ नोन एज रोटेशनल। रोटेशनल में ज़्यादा कन्फ्यूज होने की जरूरत नहीं है, जो रोटेट होंगे। ठीक है, ये तो सारिया बेसिक जी चीज़ां ने। ठीक है, थोड़े समझनिया जरूरी ने, बस इसलिए थोड़ा एक्सप्लेन कर रही हूँ। आफ्टर दैट अगर गल करिए कर्विलीनियर मोशन। ठीक है, हुण कर्विलीनियर मोशन की होंदा है, कर्व। कर्विलीनियर मतलब कर्व द मोशन। कर्व की होंदी है, द मोशन ऑफ एन ऑब्जेक्ट मूविंग इन अ पाथ इज कॉल्ड कर्विलीनियर मोशन। फॉर एग्जाम्पल अ स्टोन थ्रोन इन एयर एट एन एंगल। देखो कर्विलीनियर मोशन की हो गया जो कर्व्स ਦੇ ਵਿੱਚ ਕੰਪਲੀਟ ਕੀਤਾ ਜਾਂਦਾ ਹੈ। ਆਪਾਂ ਨੇ ਰੈਕਟੀਲੀਨੀਅਰ ਮੋਸ਼ਨ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਫॉर एग्जांपल एक कार जा रही है, वेट हाँ जी, फॉर एग्जांपल एक कार जा रही है बिल्कुल स्ट्रेट जा रही है। ठीक है, स्ट्रेट जाने तो बाद अगर सड़क के उपर मोड़ आ जाता है दैन उसनों मुड़ना पएगा। अगर वो फिर भी सीधी जाती रहेगी तो हो जाना फिर तो काम है ना, उसनों की होएगा अपना मूव करना पएगा। और जो वो मूव करेगी, देखो ये जो पाथ है एक कर्व फॉर्म कर रहे हैं, एक कर्व की तरह है, दैन इस मोशन को आप की बोलते हैं कर्विलीनियर मोशन बोलते हैं। क्लीयर है ये चीज़। द बेस्ट एग्जाम्पल इज दिस, इसनों देख के तो क्लीयर ही हो गए होंगे वट इज़ अ कर्विलीनियर मोशन। हुण अगर आप देखते हैं जो चिड़ियाँ होंदियां ने है ना, अपने कोल किस तरीके नाल, इंसैक्ट्स होंदे ने छोटे छोटे, वो किस तरीके नाल मूव करते रहते हैं इस तरीके नाल अर्थ दे विच है ना, अर्थ के उपर अगर आप देखिए जमीन ते इदां ही मूव करते रहते हैं, तो उन्हों का जो पाथ होंदा वो की होंदा कर्विलीनियर होंदा। ठीक है, मतलब कर्व्स दे विच फॉर्म करते रहना, कर्व मतलब कदे इधर चले गए कदे इधर। ठीक है, वो चीज़ होंदी है। तो कर्विलीनियर जो मोशन है उम्मीद है थोड़ा क्लीयर हो गया होगा। हूँ इन्हें मेरे एक एग्जाम्पल भी ली हुई है, अ स्टोन थ्रोन इनटू एयर एट एन एंगल। तुसी एक स्टोन चुको उसनों भगा के मारो। ठीक है, फॉर एग्जाम्पल आप इतने देख ही लैने, तुसी एक स्टोन लिया उसनों भगा के मारिया तो ऑब्वियस गल है कुछ इस तरीके नाल जाएगा। ठीक है, अगर इदा नहीं जाएगा तो कुछ इस तरीके नाल जाएगा। जाएगा किस फॉर्म दे विच, कर्व ही तो बन रही है एक। ठीक है, दैन दिस पाथ इज नोन एज कर्विलीनियर पाथ। क्लीयर है ये चीज़। ठीक है, ये तो सी जी अपने को टाइप्स जो कि सीगियां मोशन दियाँ। ठीक है, हम थोड़ा अगे स्टडी करते हैं, थोड़ा अपने जो मेन चीज़ा ने उन्होंने वाल चलते हैं, जो कि है मकैनिक्स। वट इज़ मकैनिक्स, मकैनिक्स दियाँ टाइप्स, उस तो बाद किनेटिक्स की होंगे, काइनेमेटिक्स की होंगे, इत्थों जो अपना प्रॉपर टॉपिक है वो शुरू होंगे। इस तो पहले जो बेसिक जो इन्फॉर्मेशन सी मैंने लग्या देनी जरूरी है। ठीक है, कईयां दा बिल्कुल नहीं क्लीयर होंदा तो उन्होंने क्लीयर करना बहुत जरूरी सी। ठीक है जी, तो बिल्कुल स्टार्ट करते हैं टॉपिक नूं। चलो हुण देखो अपने कोल की है, देखो इत्थे तुहानूं की नज़र आ रहा मकैनिक्स जो कि अपना टॉपिक है। उस दे विच देखो जो मकैनिक्स है उस दियां दो टाइप्स होंदियां, फर्स्ट वन इज़ स्टैटिक्स एंड सैकेंड वन इज़ डायनामिक। हुण थोड़ा जिहा थोड़ा सीरीयस होकर ध्यान नाल समझियो। जो मकैनिक्स है उस दियां दो टाइप्स होंदियां, स्टैटिक्स एंड डायनामिक्स। मतलब जो मकैनिक्स की स्टडी आपां दो वे नाल करदे आ। देखो हुण मैं तुहानूं दस रही सी कि स्टैटिक्स ते डायनामिक्स। हुण देखो स्टैटिक का मतलब की हुंदा है, छोड़ो एक बारी जो आप टॉपिक आ रहे हैं थोड़ा रियल लाइफ के जाके देखो स्टैटिक का मतलब की होंदा है, स्थिर। अगर आप इसमें पंजाबी ट्रांसलेट करिए तो स्टैटिक का मतलब की होंदा है स्थिर, और डायनामिक का मतलब की होंदा है परिवर्तनशील, चेंजेबल, जिहदे चेंजेस आते रहन, दैट इज़ डायनामिक। अगर तुहानू ये दोनों मीनिंग पता नहीं तो तुहानू कोई कन्फ्यूजन ही नहीं होएगी कि स्टैटिक्स की है और डायनामिक्स की है। स्टैटिक्स होंदा है अपने कोल जो भी अपने कोल स्थिर चीज़ पई है, जो स्टेबल पई है, उसके उपर जो भी मोशन होएगा, सॉरी उसके उपर जो भी स्टडी आप करांगे उसनों आप की बोलते हैं स्टैटिक्स के विच लैने। और डायनामिक्स जो ऑलरेडी इन मोशन के विच है, ठीक है, उसनों उपर जो भी अपने को स्टडी होएगी उसनों आप की बोलते हैं डायनामिक्स बोलते हैं। और डायनामिक्स दी अगे टू टाइप्स होंदियां ने, काइनेटिक्स एंड काइनेमेटिक्स। ठीक है, तो बिल्कुल कली कली चीज़ नूं हुण समझते हैं। स्टैटिक्स की चीज़ है, स्टैटिक स्टडी ऑब्जेक्ट एट स्टडी करना उन्होंने ऑब्जेक्ट्स नूं जो ऑलरेडी रैसट दे विच ने। तुसीं की करो, बहुत एक हैवी लैट कर लो, तुहाडे कोल की है, अगर गल करिए लैट तुहाडे काउच है, कोई भी सोफा है, ठीक है, तुसी की करो बहुत ज़्यादा हैवी है तो तुसी कल्ले उसनूं हिलाना शुरू करो।
ਤੁਸੀਂ ਉਸ ਨੂੰ ਨਹੀਂ ਹਿਲਾ ਪਾਓਗੇ, ਠੀਕ ਹੈ, ਦੈਟ ਇਜ਼ ਸਟੈਟਿਕ। ਜਾਂ ਫਿਰ ਸਿੰਪਲ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਤੁਹਾਨੂੰ ਇਹਦੇ ਲਈ ਐਗਜ਼ਾਮਪਲ ਵੀ ਹੈ, ਠੀਕ ਹੈ। ਦਿਸ ਇਜ਼ ਇੱਕ ਕਾਰ ਹੈ ਜੋ ਸਟੇਬਲ ਹੈ, ਠੀਕ ਹੈ, ਇਸ ਨੂੰ ਐਜ਼ ਅ ਪਾਰਕਿੰਗ, ਠੀਕ ਹੈ, ਆਪਾਂ ਇੱਥੇ ਕੀਤਾ ਵੋਸ਼ੇਬਲ ਲਈ ਜਾਂ ਕਿਸੇ ਵੀ ਕਾਰਨ, ਠੀਕ ਹੈ। ਅਗਰ ਇਹ ਉੱਪਰ ਲੈ ਕੇ ਜਾ ਰਹੀ ਹੈ ਤਾਂ ਦੇਖੋ ਕਾਰ ਦੇ ਉੱਪਰ ਦੀ ਗੱਲ ਅਗਰ ਆਪਾਂ ਗੱਲ ਕਰੀਏ, ਕਾਰ ਤਾਂ ਸਟੇਬਲ ਹੈ ਨਾ, ਕਾਰ ਦੇ ਉੱਪਰ ਤਾਂ ਕੁਝ ਵੀ ਨਹੀਂ ਹੋ ਰਿਹਾ, ਕਾਰ ਤਾਂ ਸਿੰਪਲ ਖੜੀ ਹੈ, ਪਹਿਲਾਂ ਵੀ ਖੜੀ ਸੀ, ਹੁਣ ਵੀ ਖੜੀ ਹੈ। ਤੇ ਪੂਰੀ ਦੀ ਪੂਰੀ ਜੋ ਫੋਰਸਿਸ ਨੇ ਉਹ ਕਿੱਧਰ ਲੱਗ ਰਹੀਆਂ ਨੇ, ਇੱਧਰ ਲੱਗ ਰਹੀਆਂ ਨੇ। ਇਹਦੀ ਜੋ ਇਹਨਾਂ ਫੋਰਸਿਸ ਦੀ ਜੋ ਸਟੱਡੀ ਹੋਏਗੀ ਉਸ ਨੂੰ ਆਪਾਂ ਬੋਲਦੇ ਹਾਂ ਸਟੈਟਿਕਸ। ਕਲੀਅਰ ਹੈ ਇਹ ਚੀਜ਼। ਹੁਣ ਡਾਇਨਾਮਿਕਸ ਵੱਲ ਆ ਜਾਂਦੇ ਹਾਂ। ਵਟ ਇਜ਼ ਡਾਇਨਾਮਿਕਸ? ਤਾਂ ਡਾਇਨਾਮਿਕਸ ਕੀ ਹੁੰਦਾ? ਦ ਬ੍ਰਾਂਚ ਆਫ ਮਕੈਨਿਕਸ ਕੰਸਰਨਡ ਵਿਦ ਦ ਮੋਸ਼ਨ ਆਫ ਬੋਡੀਜ਼ ਅੰਡਰ ਐਕਸ਼ਨ ਆਫ ਫੋਰਸਿਸ। ਜੋ ਆਲਰੇਡੀ ਅੰਡਰ ਐਕਸ਼ਨ ਆਫ ਫੋਰਸਿਸ ਨੇ, ਇੱਕ ਤਾਂ ਆਪਣੇ ਕੋਲ ਬਿਲਕੁਲ ਖੜੀ ਹੈ, ਠੀਕ ਹੈ, ਕੋਈ ਉਹਦੇ ਵਿੱਚ ਮੂਵਮੈਂਟ ਨਹੀਂ ਹੋ ਰਹੀ, ਠੀਕ ਹੈ, ਦੈਟ ਇਜ਼ ਦ ਸਟੱਡੀ ਆਫ ਸਟੈਟਿਕਸ। ਬਟ ਅਗਰ ਇੱਕ ਕਾਰ ਆਲਰੇਡੀ ਮੂਵ ਕਰ ਰਹੀ ਹੈ, ਰੋਡ ਦੇ ਉੱਪਰ ਚੱਲ ਰਹੀ ਹੈ, ਉਸਦੀ ਜੋ ਫ੍ਰਿਕਸ਼ਨਲ ਫੋਰਸ ਲੱਗੇਗੀ, ਉਸਦੀ ਇਨੀਸ਼ੀਅਲ ਵੈਲੋਸਿਟੀ, ਫਾਈਨਲ ਵੈਲੋਸਿਟੀ, ਕਿੰਨੀ ਫੋਰਸ, ਕਿੰਨੀ ਸਪੀਡ, ਉਹ ਸਭ ਕੁਝ ਕਿਹਦੇ ਵਿੱਚ ਆ ਜਾਂਦਾ ਹੈ? ਡਾਇਨਾਮਿਕਸ ਦੇ ਵਿੱਚ ਆ ਜਾਂਦਾ ਹੈ, ਜੋ ਕਿ ਆਪਾਂ ਸਟੱਡੀ ਕਰਾਂਗੇ। ਕਿਉਂਕਿ ਵੈਲੋਸਿਟੀ ਹੋ ਗਿਆ, ਡਿਸਪਲੇਸਮੈਂਟ ਹੋ ਗਿਆ, ਸਪੀਡ ਹੋ ਗਿਆ, ਇਹ ਸਾਰਾ ਕੁਝ ਡਾਇਨਾਮਿਕਸ ਦੇ ਪਾਰਟਸ ਨੇ ਔਰ ਇਹਨਾਂ ਨੂੰ ਹੀ ਆਪਾਂ ਸਟੱਡੀ ਕਰਨਾ ਹੈ। ਕਲੀਅਰ ਹੈ? ਸੋ ਕਲੀਅਰ ਹੋ ਗਿਆ ਹੋਣਾ ਡਿਫਰੈਂਸ ਬਿਟਵੀਨ ਸਟੈਟਿਕਸ ਐਂਡ ਡਾਇਨਾਮਿਕਸ। ਸਟੈਟਿਕਸ ਕੀ ਹੈ ਔਰ ਡਾਇਨਾਮਿਕ ਕੀ ਹੈ, ਠੀਕ ਹੈ। ਅੱਗੇ ਅਗਰ ਆਪਾਂ ਚੱਲੀਏ, ਮੈਂ ਤੁਹਾਨੂੰ ਦੱਸਿਆ ਸੀ ਕਿ ਡਾਇਨਾਮਿਕਸ ਦੇ 2 ਪਾਰਟਸ ਹੁੰਦੇ ਆ, ਕਿਨੈਟਿਕਸ ਐਂਡ ਕਾਇਨਾਮੈਟਿਕਸ, ਠੀਕ ਹੈ। ਤਾਂ ਬਿਲਕੁਲ ਹੁਣ ਇਹਨਾਂ ਨੂੰ ਦੇਖ ਲੈਂਦੇ ਹਾਂ। ਵਟ ਇਜ਼ ਕਿਨੈਟਿਕਸ ਐਂਡ ਕਾਇਨਾਮੈਟਿਕਸ? ਦੇਖੋ ਡਾਇਨਾਮਿਕ ਕੀ ਹੈ? ਸਟੱਡੀ ਹੈ ਮੋਸ਼ਨ ਦੀ। ਸਟੈਟਿਕ ਕੀ ਹੈ? ਸਟੱਡੀ ਹੈ ਜੋ ਚੀਜ਼ਾਂ ਰੈਸ ਦੇ ਵਿੱਚ ਨੇ, ਠੀਕ ਹੈ। ਹੁਣ ਆਪਾਂ ਡਾਇਨਾਮਿਕ ਨੂੰ ਅੱਗੇ ਲੈ ਕੇ ਚੱਲੇ ਕਾਇਨੈਟਿਕਸ ਤੇ ਕਾਇਨਾਮੈਟਿਕਸ ਦੇ ਵਿੱਚ, ਇਹਨਾਂ ਦੋਨਾਂ ਨੂੰ ਦੇਖ ਲੈਂਦੇ ਹਾਂ। ਇੱਕ ਐਗਜ਼ਾਮਪਲ ਦੇਖੋ, ਤੁਸੀਂ ਖੇਲ ਰਹੇ ਹੋ, ਠੀਕ ਹੈ, ਤੁਸੀਂ ਕੀ ਕੀਤਾ, ਇੱਕ ਬੋਲ ਤੁਹਾਡੇ ਸਾਹਮਣੇ ਪਈ ਹੈ, ਤੁਸੀਂ ਉਸਨੂੰ ਕਿੱਕ ਕਰਨਾ। ਹਾਲੇ ਬੋਲ ਨਹੀਂ, ਮਤਲਬ ਉਸਨੂੰ ਕੋਈ ਮੂਵਮੈਂਟ ਨਹੀਂ ਉਹਦੇ ਵਿੱਚ, ਉਹ ਸਟੇਬਲ ਪਈ ਹੈ, ਤੁਸੀਂ ਆ ਕੇ ਉਸਨੂੰ ਕਿੱਕ ਕਰਦੇ ਹੋ, ਉਸ ਤੋਂ ਬਾਅਦ ਉਹ ਕਿਹਦੇ ਵਿੱਚ ਆ ਜਾਂਦੀ ਹੈ? ਮੋਸ਼ਨ ਦੇ ਵਿੱਚ ਆ ਜਾਂਦੀ ਹੈ। ਹੁਣ ਇਸ ਐਗਜ਼ਾਮਪਲ ਨੂੰ ਥੋੜ੍ਹਾ ਇਸ ਚੀਜ਼ ਨਾਲ ਰਿਲੇਟ ਕਰਿਓ, ਠੀਕ ਹੈ, ਜੋ ਮੈंने ਬੋਲਿਆ। ਦੇਖੋ ਡਾਇਨਾਮਿਕ ਇਜ਼ ਡਿਵਾਈਡ ਇਨਟੂ ਚਲੋ ਇਹ ਤਾਂ ਆਪਾਂ ਨੂੰ ਪਤਾ ਹੈ ਕਿ ਕਾਇਨਾਮੈਟਿਕਸ ਤੇ ਕਾਇਨੈਟਿਕਸ ਦੇ ਵਿੱਚ ਕੀ ਹੈ, ਡਿਵਾਈਡ ਕੀਤਾ ਹੋਇਆ। ਕਾਇਨਾਮੈਟਿਕ ਡਿਸਕ੍ਰਾਈਬ ਦ ਮੋਸ਼ਨ ਆਫ ਆਬਜੈਕਟ ਵਾਈਲ ਕਿਨੈਟਿਕ ਸਟੱਡੀ ਦ ਫੋਰਸ ਦੈਟ। ਦੇਖੋ ਇਹਦੇ ਵਿੱਚ ਕੀ ਹੈ, ਜੋ ਕਿਨੈਟਿਕਸ ਹੈ that is a motion under the action of force। ਬੋਲ ਪਈ ਸੀ, ਜੋ ਬੋਲ ਸੀ ਉਹ ਪਈ ਸੀ, ਜੋ ਅਗਰ ਆਪਾਂ ਗੱਲ ਕਰੀਏ ਫੁੱਟਬਾਲ ਆਪਾਂ ਬੋਲ ਸਕਦੇ ਹਾਂ ਕਿ ਉਹ ਪਈ ਸੀ, ਜਦੋਂ ਤੱਕ ਤੁਸੀਂ ਉਸਨੂੰ ਕਿੱਕ ਨਹੀਂ ਕੀਤਾ ਉਸ ਦੇ ਵਿੱਚ ਕੋਈ ਵੀ ਮੋਸ਼ਨ ਨਹੀਂ ਆਇਆ। ਕਲੀਅਰ? ਜਦੋਂ ਤੱਕ ਤੁਸੀਂ ਉਸ ਬੋਲ ਨੂੰ ਕਿੱਕ ਨਹੀਂ ਕੀਤਾ, ਫੁੱਟਬਾਲ ਨੂੰ ਕਿੱਕ ਨਹੀਂ ਕੀਤਾ, ਉਸ ਦੇ ਵਿੱਚ ਕੋਈ ਮੋਸ਼ਨ ਨਹੀਂ ਆਇਆ, ਉਹ ਰੈਸਟ ਦੇ ਵਿੱਚ ਸੀ। ਤੁਸੀਂ ਉਸ ਦੇ ਉੱਪਰ ਆ ਕੇ ਫੋਰਸ ਲਗਾਈ, ਉਹ ਕੀ ਦੇ ਵਿੱਚ ਆਈ? ਮੋਸ਼ਨ ਦੇ ਵਿੱਚ ਆਈ। ਜੇ ਸਿੰਪਲ ਸ਼ਬਦਾਂ ਵਿੱਚ ਗੱਲ ਕਰੀਏ, ਅਗਰ ਕੋਈ ਚੀਜ਼ ਉਦੋਂ ਹੀ ਮੋਸ਼ਨ ਦੇ ਵਿੱਚ ਆਉਂਦੀ ਹੈ ਜਦੋਂ ਆਪਾਂ ਉਸ ਦੇ ਉੱਪਰ ਕੋਈ ਫੋਰਸ ਲਗਾ ਰਹੇ ਹਾਂ, ਤਾਂ ਉਹਨੂੰ ਆਪਾਂ ਕਿਹਦੇ ਵਿੱਚ ਸਟੱਡੀ ਕਰਦੇ ਹਾਂ? ਕਿਨੈਟਿਕਸ ਦੇ ਵਿੱਚ ਸਟੱਡੀ ਕਰਦੇ ਹਾਂ। ਬਟ ਕਾਇਨਾਮੈਟਿਕਸ ਦੇ ਵਿੱਚ ਕੀ ਹੁੰਦਾ? ਤੁਸੀਂ ਇਸ ਨੂੰ ਕਿੱਕ ਕੀਤਾ, ਇਹ ਮੋਸ਼ਨ ਦੇ ਵਿੱਚ ਆ ਗਈ, ਮੋਸ਼ਨ ਦੇ ਵਿੱਚ ਇਸ ਦੀ ਇਨੀਸ਼ੀਅਲ ਵੈਲੋਸਿਟੀ ਇਹ ਸੀ। ਵੈਲੋਸਿਟੀ ਕੀ ਹੈ ਜੀ ਸਾਨੂੰ ਨਹੀਂ ਪਤਾ, ਅੱਗੇ ਪੂਰਾ ਐਕਸਪਲੇਨ ਕਰਾਂਗੇ, ਸਾਰੇ ਡਾਊਟ ਕਲੀਅਰ ਹੋ ਜਾਣੇ ਆ। ਤਾਂ ਬਿਲਕੁਲ ਇੱਥੋਂ ਸਟਾਰਟ ਹੋਈ ਹੈ, ਇਹ ਇਸ ਤਰੀਕੇ ਨਾਲ ਮੂਵ ਹੋਈ, ਤਾਂ ਇਹ ਜਦੋਂ ਮੋਸ਼ਨ ਦੇ ਵਿੱਚ ਆ ਗਈ, ਇੱਥੋਂ ਇੱਥੇ ਤੱਕ ਇਸਨੇ ਜੋ ਕਵਰ ਕੀਤਾ, ਉਸ ਟਾਈਮ ਇਹ ਕਿਹਦੇ ਵਿੱਚ ਸੀ? ਮੋਸ਼ਨ ਦੇ ਵਿੱਚ ਸੀ। ਉਸ ਮੋਸ਼ਨ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਕਿ ਜੋ ਆਲਰੇਡੀ ਮੋਸ਼ਨ ਦੇ ਵਿੱਚ ਨੇ ਬਿਨਾਂ ਫੋਰਸ ਤੋਂ, ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ? ਕਾਇਨਾਮੈਟਿਕਸ ਬੋਲਦੇ ਹਾਂ, ਠੀਕ ਹੈ। the branch of machines concerned with objects in motion but not with the force involved। ਜਿਹਦੇ ਵਿੱਚ ਫੋਰਸ ਇਨਵੋਲਵ ਨਹੀਂ ਹੈ ਔਰ ਮੋਸ਼ਨ ਦੇ ਵਿੱਚ ਨੇ, ਉਹ ਕਿਹਦੇ ਵਿੱਚ ਸਟੱਡੀ ਕੀਤੀਆਂ ਜਾਂਦੀਆਂ ਨੇ? ਕਾਇਨਾਮੈਟਿਕਸ ਦੇ ਵਿੱਚ ਸਟੱਡੀ ਕੀਤੀਆਂ ਜਾਂਦੀਆਂ ਨੇ। ਔਰ ਜਿਨ੍ਹਾਂ ਨੂੰ ਮੂਵ ਕਰਨ ਲਈ ਆਪਾਂ ਨੂੰ ਫੋਰਸ ਦੀ ਜ਼ਰੂਰਤ ਪੈਂਦੀ ਹੈ, ਉਹ ਕਿਹਦੇ ਵਿੱਚ ਸਟੱਡੀ ਕੀਤੀਆਂ ਜਾਂਦੀਆਂ ਨੇ? ਕਾਇਨੈਟਿਕਸ ਦੇ ਵਿੱਚ ਸਟੱਡੀ ਕੀਤੀਆਂ ਜਾਂਦੀਆਂ ਨੇ। ਜਿਹੜੇ ਕਿ ਆਪਾਂ ਕਰਦੇ ਨਾ ਇਨੀਸ਼ੀਅਲ ਵੈਲੋਸਿਟੀ, ਫਾਈਨਲ ਵੈਲੋਸਿਟੀ, ਡਿਸਪਲੇਸਮੈਂਟ, ਸਪੀਡ, ਡਿਸਟੈਂਸ, ਐਕਸਲਰੇਸ਼ਨ, ਇਹ ਸਾਰਾ ਕੁਝ ਸਟੱਡੀ ਕੀਤਾ ਜਾਂਦਾ ਹੈ ਜੀ। ਇਹ ਸਾਰਾ ਕੁਝ ਕਿਹਦੇ ਵਿੱਚ ਸਟੱਡੀ ਕੀਤਾ ਜਾਂਦਾ ਹੈ? ਕਾਇਨਾਮੈਟਿਕਸ ਦੇ ਵਿੱਚ, ਠੀਕ ਹੈ। ਸੋ ਹੁਣ ਆਪਾਂ ਪ੍ਰੋਪਰਲੀ ਸਟੱਡੀ ਕਰਾਂਗੇ ਕਾਇਨਾਮੈਟਿਕਸ ਨੂੰ, ਕਿਉਂਕਿ ਆਪਣਾ ਜੋ ਟੌਪਿਕ ਹੈ, ਆਪਣਾ ਜੋ ਸਿਲੇਬਸ ਹੈ, ਉਹ ਇਸ ਨਾਲ ਅੱਗੇ ਚੱਲਦਾ ਪਿਆ। ਸਮਝ ਆ ਰਿਹਾ ਆਪਾਂ ਕਿਵੇਂ ਜਾ ਰਹੇ ਹਾਂ? ਪਹਿਲਾਂ ਆਪਾਂ ਸਭ ਤੋਂ ਪਹਿਲਾਂ ਸਮਝਿਆ ਕਿ ਮੋਸ਼ਨ ਕੀ ਹੈ, ਮੋਸ਼ਨ ਤੋਂ ਬਾਅਦ ਆਪਾਂ ਮਕੈਨਿਕਸ ਦੇਖਿਆ, ਉਸ ਦੀਆਂ ਟਾਈਪਸ। ਆਪਣਾ ਜੋ ਟੌਪਿਕ ਸੀ ਡਾਇਨਾਮਿਕਸ ਸੀ, ਡਾਇਨਾਮਿਕ ਤੋਂ ਥੋੜ੍ਹਾ ਜਿਹਾ ਅੱਗੇ ਆਏ। ਡਾਇਨਾਮਿਕ ਦੇ ਵਿੱਚ ਆਪਾਂ ਦੇਖਿਆ ਕਿ ਕਿਨੈਟਿਕ ਔਰ ਕਾਇਨਾਮੈਟਿਕਸ ਦੇ ਵਿੱਚ ਜੋ ਆਪਣਾ ਜੋ ਟੌਪਿਕ ਹੈ ਉਹ ਕੀ ਹੈ? ਕਾਇਨਾਮੈਟਿਕਸ ਤੋਂ ਅੱਗੇ ਜਾ ਕੇ ਆਪਣਾ ਸਟਾਰਟ ਹੁੰਦਾ ਹੈ, ਠੀਕ ਹੈ। तो चलो देखते हैं फिर इस चीज़ ਨੂੰ।
ਹੁਣ ਦੇਖੋ ਇਹ ਚੀਜ਼ ਤਾਂ ਕਲੀਅਰ ਹੋਣੀ ਕਿ ਵਟ ਇਜ਼ ਦ ਕਿਨੈਟਿਕ ਐਂਡ ਕਾਈਨੈਮੈਟਿਕ। ਕੋਈ ਵੀ ਡਾਊਟ ਤੁਹਾਨੂੰ ਲੱਗਿਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਜੋ ਡਾਊਟਸ ਨੇ ਪੁੱਛ ਸਕਦੇ ਹੋ। ਗਰੁੱਪ ਤੇ ਤੁਹਾਨੂੰ ਪਤਾ ਹੀ ਹੈ ਕਿ ਅਵੇਲੇਬਲ ਹੈ, ਉਹਦੇ ਵਿੱਚ ਤੁਸੀਂ ਆਪਣੇ ਡਾਊਟਸ ਪੁੱਛ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਹਾਲ ਤੱਕ ਤੁਸੀਂ ਗਰੁੱਪ ਨਹੀਂ ਜੁਆਇਨ ਕੀਤਾ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਗਰੁੱਪ ਦਾ ਲਿੰਕ ਮਿਲ ਜਾਏਗਾ, ਜਿੱਥੇ ਸਾਨੂੰ ਹਰ ਇੱਕ ਵੀਡੀਓ ਦੀ ਅਪਡੇਟ ਜੋ ਹੈ ਉਹ ਮਿਲਦੀ ਹੈ। ਠੀਕ ਹੈ, ਤੁਹਾਡੇ ਡਾਊਟ ਸੁਣੇ ਜਾਂਦੇ ਨੇ। ਤਾਂ ਹਰ ਇੱਕ ਚੀਜ਼ ਲਈ ਅਗਰ ਤੁਹਾਨੂੰ ਕੋਈ ਲੱਗਦਾ ਹੈ ਕਿ ਹਾਂਜੀ ਤੁਸੀਂ ਗਰੁੱਪ ਦੇ ਵਿੱਚ ਜੁਆਇਨ ਹੋਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਤੁਹਾਨੂੰ ਮਿਲ ਜਾਏਗਾ, ਤੁਸੀਂ ਉੱਥੇ ਜਾ ਕੇ ਜੁਆਇਨ ਕਰ ਸਕਦੇ ਹੋ। ਠੀਕ ਹੈ ਜੀ, ਤਾਂ ਚਲੋ ਹੁਣ ਅੱਗੇ ਆਪਾਂ ਸਟੱਡੀ ਕਰਦੇ ਹਾਂ ਜੋ ਆਪਣੀ ਇੰਪੋਰਟੈਂਟ ਜਿਹੇ ਟਰਮਸ ਨੇ, ਬਹੁਤ ਇੰਪੋਰਟੈਂਟ ਟਰਮਸ ਨੇ ਕਿ ਰੈਸਟ ਐਂਡ ਮੋਸ਼ਨ ਕੀ ਹੁੰਦਾ ਹੈ, ਡਿਸਪਲੇਸਮੈਂਟ ਕੀ ਹੁੰਦਾ ਹੈ, ਵਟ ਇਜ਼ ਦ ਡਿਫਰੈਂਸ ਬਿਟਵੀਨ ਡਿਸਟੈਂਸ ਐਂਡ ਡਿਸਪਲੇਸਮੈਂਟ, ਸਪੀਡ ਕੀ ਹੈ, ਵੈਲੋਸਿਟੀ ਕੀ ਹੈ, ਉਹਨਾਂ ਨੂੰ ਦੇਖਦੇ ਹਾਂ। ਠੀਕ ਹੈ ਜੀ, ਤਾਂ ਜੀ ਬਿਲਕੁਲ ਸਮ ਇੰਪੋਰਟੈਂਟ ਮਤਲਬ ਕੁਝ ਇੰਪੋਰਟੈਂਟ ਜਿਹੀਆਂ ਚੀਜ਼ਾਂ ਨੇ ਜੋ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਔਰ ਇਹਨਾਂ ਦੇ ਅਗਰ ਇਹ ਸਾਡੇ ਇੱਕ ਤਰੀਕੇ ਨਾਲ ਬੇਸ ਨੇ, ਇਹ ਅਗਰ ਕਲੀਅਰ ਨਹੀਂ ਹੈਗੀਆਂ ਤਾਂ ਪ੍ਰੋਬਲਮ ਬਹੁਤ ਹੋ ਸਕਦੀ ਹੈ। ਤਾਂ ਇਹਨਾਂ ਨੂੰ ਕਲੀਅਰ ਕਰ ਲਓ, ਕਿਉਂਕਿ ਅੱਗੇ ਹਰ ਇੱਕ ਟੌਪਿਕ ਦੇ ਵਿੱਚ ਇਹਨਾਂ ਨੂੰ ਆਪਾਂ ਯੂਜ਼ ਕਰਾਂਗੇ ਹੀ ਕਰਾਂਗੇ। ਠੀਕ ਹੈ ਜੀ, ਤਾਂ ਬਿਲਕੁਲ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਰੈਸਟ ਐਂਡ ਮੋਸ਼ਨ, डिस्टेंस की है, डिस्प्लेसमेंट की है, ठीक है जी, स्पीड की है, वेलोसिटी की है और एक्सेलरेशन की है। कि नैगेटिव पॉजिटिव हो सकता है, कि डायरैक्शंस होंदियां ने, कि डायरैक्शंस नहीं होंदियां, कि ओनली मैगनीट्यूड होंदा है, वैक्टर क्वांटिटी किहड़ी है और स्केलर क्वांटिटी किहड़ी है। हर एक चीज़ आपां हुण इन्हां दे विच डीपली स्टडी करन जा रहे हैं। ठीक है जी, तो देखो सब तो पहला रेस्ट एंड मोशन। वट इज़ रेस्ट? ਆਪਾਂ ਬਿਲਕੁਲ ਸਟਾਰਟਿੰਗ ਦੇ ਵਿੱਚ ਕੀ ਕੀਤਾ ਸੀ ਕਿ ਆਪਣੀ ਇੱਧਰ ਉੱਧਰ ਨਜ਼ਰ ਮਾਰੋ, ਜਾਂ ਤਾਂ ਤੁਹਾਨੂੰ ਜੋ ਆਬਜੈਕਟਸ ਨੇ ਉਹ ਰੈਸਟ ਦੇ ਵਿੱਚ ਮਿਲਣਗੇ, ਜਾਂ ਫਿਰ ਜਿਹੜੇ ਆਬਜੈਕਟਸ ਨੇ ਉਹ ਕਿਹਦੇ ਵਿੱਚ ਮਿਲਣਗੇ, ਮੋਸ਼ਨ ਦੇ ਵਿੱਚ ਮਿਲਣਗੇ। ਸੋ ਵਟ ਇਜ਼ ਰੈਸਟ ਐਂਡ ਮੋਸ਼ਨ, ਇੱਥੋਂ ਹੀ ਕਲੀਅਰ ਹੋ ਜਾਂਦਾ ਆਪਾਂ ਨੂੰ। ਰੈਸਟ ਕੀ ਹੈ? ਅ ਬੋਡੀ ਇਜ਼ ਸੈਡ ਟੂ ਬੀ ਰੈਸਟ ਇਫ ਇਟ ਡਜ਼ ਨੋਟ ਚੇਂਜ ਇਟਸ ਪੋਜੀਸ਼ਨ ਵਿਦ ਰਿਸਪੈਕਟ ਟੂ ਇਟਸ ਟਾਈਮ। ਜਦੋਂ ਕੋਈ ਵੀ ਆਬਜੈਕਟ ਹੈ ਆਪਣੀ ਪੋਜੀਸ਼ਨ ਨਹੀਂ ਚੇਂਜ ਕਰ ਰਿਹਾ, ਤੁਸੀਂ 11 ਵਜੇ ਦੇਖਦੇ ਹੋ ਉਹ ਚੇਅਰ ਉੱਥੇ ਹੀ ਪਈ ਹੈ, ਤੁਸੀਂ 4 ਵਜੇ ਆ ਕੇ ਵਾਪਸ ਈਵਨਿੰਗ ਦੇ ਵਿੱਚ ਦੇਖਦੇ ਹੋ ਉਹ ਚੇਅਰ ਉਦੋਂ ਵੀ ਉੱਥੇ ਹੀ ਹੈ, ਦੈਟ ਇਜ਼ ਰੈਸਟ। ਕਿਉਂਕਿ ਉਸਦੀ ਜੋ ਪੋਜੀਸ਼ਨ ਹੈ ਉਸਦੇ ਵਿੱਚ ਕੋਈ ਚੇਂਜ ਹੀ ਨਹੀਂ ਆਇਆ, ਉਹ ਉੱਥੇ ਹੀ ਸਟੇਬਲ ਪਈ ਹੈ। ਜਦੋਂ ਤੱਕ ਉਸਨੂੰ ਆਪਾਂ ਮੂਵ ਨਹੀਂ ਕਰਾਂਗੇ ਉਹ ਮੂਵ ਨਹੀਂ ਹੋਏਗੀ। ਠੀਕ ਹੈ, ਸੋ ਉਹਨੂੰ ਆਪਾਂ ਕੀ ਬੋਲਦੇ ਹਾਂ? ਰੈਸਟ ਬੋਲਦੇ ਹਾਂ। ਮੋਸ਼ਨ ਕੀ ਹੁੰਦਾ ਹੈ? ਅ ਬੋਡੀ ਇਜ਼ ਸੈਡ ਟੂ ਬੀ ਰੈਸਟ। ਮੋਸ਼ਨ ਆਪਾਂ ਬਹੁਤ ਕਰ ਚੁੱਕੇ ਹਾਂ ਸਟੱਡੀ ਕਿ ਮੋਸ਼ਨ ਕੀ ਹੁੰਦਾ ਜਦੋਂ ਇੱਕ ਆਬਜੈਕਟ ਦੀ ਪੋਜੀਸ਼ਨ ਦੇ ਵਿੱਚ ਚੇਂਜ ਆਉਂਦਾ ਵਿਦ ਰਿਸਪੈਕਟ ਟੂ ਟਾਈਮ, ਕਿ ਇੰਨੇ ਟਾਈਮ ਦੇ ਵਿੱਚ ਇਸਨੇ ਇੰਨਾ ਡਿਸਟੈਂਸ ਕਵਰ ਕੀਤਾ ਜਾਂ ਇੰਨਾ ਇਸਨੇ ਮੂਵ ਕੀਤਾ, ਦੈਟ ਇਜ਼ ਮੋਸ਼ਨ। ਕਿੰਨਾ ਪੋਜੀਸ਼ਨ ਆਪਣੀ ਚੇਂਜ ਕਰ ਪਾ ਰਿਹਾ, ਕਿੰਨੇ ਟਾਈਮ ਦੇ ਵਿੱਚ ਕਰ ਪਾ ਰਿਹਾ, ਦੈਟ ਇਜ਼ ਮੋਸ਼ਨ। ਠੀਕ ਹੈ, ਹੁਣ ਐਗਜ਼ਾਮਪਲ ਦੇਖੋ, ਰੈਸਟ ਐਂਡ ਮੋਸ਼ਨ। ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ, ਟਰੀਜ਼, ਪਲਾਂਟਸ, these are always in rest position। ਆਪਾਂ ਇੱਦਾਂ ਨਹੀਂ ਹੈ ਕਿ ਅੱਜ ਹਾਂਜੀ ਆਪਾਂ ਇੱਥੇ ਦੇਖਿਆ ਕਿ ਇਹ ਪਲਾਂਟ ਪਹਿਲਾਂ ਇੱਥੇ ਸੀਗਾ ਜਾਂ ਇਹ ਪੇੜ ਪਹਿਲਾਂ ਇੱਥੇ ਸੀਗਾ, ਅਗਲੇ ਦਿਨ ਆ ਕੇ ਦੇਖਦੇ ਇਸਨੇ ਆਪਣੀ ਪੋਜੀਸ਼ਨ ਚੇਂਜ ਕਰ ਲਈ, ਇਹਨੇ ਆਪਣੀ ਇਸਨੂੰ ਧੁੱਪ ਆ ਰਹੀ ਸੀ ਜਾਂ ਜ਼ਿਆਦਾ ਛਾਂ ਆ ਰਹੀ ਸੀ ਤਾਂ ਇਸਨੇ ਆਪਣੀ ਪੋਜੀਸ਼ਨ ਚੇਂਜ ਕਰਕੇ ਉੱਧਰ ਨਹੀਂ, ਕਿਉਂਕਿ ਆਪਾਂ ਨੂੰ ਪਤਾ ਇਹ ਸਟੇਬਲ ਹੁੰਦੇ ਨੇ, ਇਹ ਨਹੀਂ ਮੂਵ ਕਰ ਸਕਦੀ। ਠੀਕ ਹੈ, ਤਾਂ ਇਹ ਕਿਹਦੇ ਵਿੱਚ ਹੋਣਗੇ ਆਲ ਦਾ ਟਾਈਮ? ਰੈਸਟ ਦੇ ਵਿੱਚ ਹੋਣਗੇ। ਘਰ ਹੈ, ਠੀਕ ਹੈ, ਹਾਊਸ ਹੈ, ਜਿੱਥੇ ਤੁਹਾਡਾ ਘਰ ਹੈ ਉੱਥੇ ਹੀ ਰਹੇਗਾ ਨਾ ਕਿ ਉਹ ਆਪਣੀ ਪੋਜੀਸ਼ਨ ਚੇਂਜ ਕਰ ਸਕਦਾ ਹੈ। ਤੁਸੀਂ ਅਗਰ ਉਸਦੇ ਉੱਪਰ ਫੋਰਸ ਵੀ ਲਗਾ ਦੋਗੇ ਆਪਣੀ ਪੂਰੀ, ਤਾਂ ਵੀ ਉਸਦੀ ਪੋਜੀਸ਼ਨ ਜੋ ਹੈ ਚੇਂਜ ਨਹੀਂ ਹੋਏਗੀ। ਠੀਕ ਹੈ, ਤਾਂ ਮਤਲਬ ਕਿ ਇਹ ਜੋ ਚੀਜ਼ਾਂ ਸਟੇਬਲ ਨੇ, ਜਿਨ੍ਹਾਂ ਦੇ ਵਿੱਚ ਚੇਂਜਸ ਨਹੀਂ ਆਉਂਦੇ ਪੋਜੀਸ਼ਨ ਦੇ ਵਿੱਚ, ਜਾਂ ਫਿਰ ਜਿਨ੍ਹਾਂ ਦੇ ਵਿੱਚ ਜੋ ਤੱਕ ਆਪਾਂ ਫੋਰਸ ਨਹੀਂ ਲਗਾਉਂਦੇ ਉਹ ਬਿਲਕੁਲ ਇੱਕ ਸਟੇਬਲ ਜਗ੍ਹਾ 'ਤੇ ਪਈ ਹੈ, ਦੈਟ ਇਜ਼ ਰੈਸਟ। ਠੀਕ ਹੈ, ਮੋਸ਼ਨ ਕੀ ਹੁੰਦਾ ਜੋ ਆਲਰੇਡੀ ਮੂਵ ਕਰ ਰਹੀਆਂ ਹੁੰਦੀਆਂ ਨੇ, ਵਰਡਸ ਨੇ, ਉੱਡ ਰਹੇ ਨੇ। ਠੀਕ ਹੈ, ਮੋਸ਼ਨ ਤਾਂ ਹੁਣ ਮੈਨੂੰ ਲੱਗਦਾ ਬਾਰ-ਬਾਰ ਹੋ ਜਾਏਗਾ। ਠੀਕ ਹੈ, ਕਿ ਹਾਂਜੀ ਆਪਾਂ ਖੇਲ ਰਹੇ ਹਾਂ ਤਾਂ ਸਾਰਾ ਕੁਛ ਮੋਸ਼ਨ ਹੁੰਦਾ। ਇੱਕ ਇਹਦੇ ਵਿੱਚ ਮੈਂ ਪੁਆਇੰਟ ਤੁਹਾਡੇ ਨਾਲ ਡਿਸਕਸ ਕਰਨਾ। ਤੁਸੀਂ ਇਸ ਐਗਜ਼ਾਮਪਲ ਨੂੰ ਦੇਖ ਪਾ ਰਹੇ ਹੋ, ਇੱਕ ਪਰਸਨ, ਉਸਦੇ ਸਾਹਮਣੇ ਕੀ ਜਾ ਰਹੀ ਹੈ ਕਿ ਟ੍ਰੇਨ ਜਾ ਰਹੀ ਹੈ। ਇਸ ਪਰਸਨ ਲਈ ਕੀ ਹੋ ਰਿਹਾ ਹੈ? ਇਹ ਪਰਸਨ ਜੋ ਹੈ ਕੋਈ ਵੀ ਹੈ, ਠੀਕ ਹੈ, ਇਹ ਪਰਸਨ ਬਿਲਕੁਲ ਆਪਣੇ ਅਕੋਰਡਿੰਗ ਇਹ ਰੈਸਟ ਦੇ ਵਿੱਚ ਹੈ, ਔਰ ਮੂਵਮੈਂਟ ਕਿਹਦੇ ਵਿੱਚ ਹੋ ਰਹੀ ਹੈ? ਟ੍ਰੇਨ ਦੇ ਵਿੱਚ ਹੋ ਰਹੀ ਹੈ। ਔਰ ਜੋ ਟ੍ਰੇਨ ਦੇ ਪੈਸੰਜਰਸ ਨੇ ਉਹ ਜਾ ਰਹੇ ਨੇ, ਟ੍ਰੇਨ ਜਾ ਰਹੀ ਹੈ, ਟ੍ਰੇਨ ਦੇ ਪੈਸੰਜਰ ਜਾ ਰਹੇ ਨੇ, ਮਤਲਬ ਜੋ ਮੂਵਮੈਂਟ ਹੋ ਰਹੀ ਹੈ ਉਹ ਕੌਣ ਕਰ ਰਹੇ ਨੇ, ਜਾ ਕੌਣ ਰਿਹਾ ਹੈ? ਉਹ ਟ੍ਰੇਨ ਜਾ ਰਹੀ ਹੈ ਅਤੇ ਟ੍ਰੇਨ ਦੇ ਪੈਸੰਜਰ ਜਾ ਰਹੇ ਨੇ, ਔਰ ਇਹ ਖੁਦ ਕਿਹਦੇ ਵਿੱਚ ਬੈਠਾ ਹੈ? ਰੈਸਟ ਦੇ ਵਿੱਚ ਬੈਠਾ ਹੈ। ਇਹਦੇ ਲਈ ਇਸ ਪਰਸਨ ਲਈ ਇਹ ਰੈਸਟ ਦੇ ਵਿੱਚ ਹੈ, ਔਰ ਅੰਦਰ ਵਾਲੇ ਜੋ ਪਰਸਨਸ ਨੇ ਔਰ ਜੋ ਟ੍ਰੇਨ ਹੈ ਇਹ ਕਿਹਦੇ ਵਿੱਚ ਹੈ? ਮੋਸ਼ਨ ਦੇ ਵਿੱਚ ਹੈ। ਕਲੀਅਰ ਹੈ ਇਹ ਚੀਜ਼? ਬੇਸਿਕ ਜੀ ਚੀਜ਼ ਹੈ। ਚਲੋ ਹੁਣ ਅਗਰ ਮੈਂ ਕਹਾਂ ਕਿ ਮੈਂ ਟ੍ਰੇਨ ਦੇ ਵਿੱਚ ਬੈਠੀ ਹਾਂ, ਤੁਸੀਂ ਟ੍ਰੇਨ ਦੇ ਵਿੱਚ, ਬੱਸ ਦੇ ਵਿੱਚ ਸਾਰੇ ਬੈਠਦੇ ਆ, ਨੋ ਡਾਊਟ ਹੈ ਨਾ। ਆਪਾਂ ਟ੍ਰੇਨ ਦੇ ਵਿੱਚ ਬੈਠੇ ਹਾਂ, ਆਪਾਂ ਬਾਹਰ ਦੇਖ ਰਹੇ ਹਾਂ ਤਾਂ ਆਪਾਂ ਨੂੰ ਕੀ ਨਜ਼ਰ ਆਉਂਦਾ? ਜੋ ਅੰਦਰ ਟ੍ਰੇਨ ਦੇ ਵਿੱਚ ਪਰਸਨਸ ਬੈਠੇ ਨੇ ਉਹ ਤਾਂ ਸਟੇਬਲ ਨੇ, ਮੂਵ ਕੀ ਕਰ ਰਹੀ ਹੈ? ਟ੍ਰੇਨ ਕਰ ਰਹੀ ਹੈ ਨਾ। ਅਗਰ ਮੈਂ ਇਸ ਪਰਸਨ ਦੀ ਗੱਲ ਕਰਾਂ, ਇਸ ਪਰਸਨ ਦੇ ਅਕੋਰਡਿੰਗ ਇਹ ਤਾਂ ਆਰਾਮ ਨਾਲ ਬੈਠਾ ਹੈ, ਇੱਦਾਂ ਨਹੀਂ ਕੋਈ ਮੂਵ ਕਰ ਰਿਹਾ, ਇਹ ਤਾਂ ਬਲਕਿ ਬਿਲਕੁਲ ਈਜ਼ੀਲੀ ਕੰਫਰਟੇਬਲ ਹੋ ਕੇ ਬੈਠਾ ਹੈ। ਇਸ ਨੂੰ ਇੱਦਾਂ ਲੱਗ ਰਿਹਾ ਹੈ ਕਿ ਜੋ ਬਾਹਰ ਦੀਆਂ ਚੀਜ਼ਾਂ ਨੇ ਉਹ ਮੂਵ ਕਰ ਰਹੀਆਂ ਨੇ। ਠੀਕ ਹੈ, ਸੋ ਇਹਦੇ ਵਿੱਚ ਕੀ ਹੈ? ਇਹ ਜੋ ਪਰਸਨ ਹੈ ਇਸ ਦੇ ਲਈ
ਇਹ ਖੁਦ ਰੈਸਟ ਦੇ ਵਿੱਚ ਹੈ ਔਰ ਇਹ ਪਰਸਨ ਮੋਸ਼ਨ ਦੇ ਵਿੱਚ ਹੈ। ਠੀਕ ਹੈ, ਸੋ ਇਹ ਚੀਜ਼ ਆਪਾਂ ਕਲੀਅਰਲੀ ਬੋਲ ਸਕਦੇ ਹਾਂ ਕਿ ਜੋ ਰੈਸਟ ਔਰ ਮੋਸ਼ਨ ਹੈ ਉਹ ਡਿਫਰੈਂਟ ਸਿਚੁਏਸ਼ਨ ਦੇ ਵਿੱਚ ਡਿਫਰੈਂਟ ਅਲੱਗ-ਅਲੱਗ ਪਰਸਨਸ ਨੂੰ ਲੱਗ ਸਕਦਾ ਹੈ। ਹੁਣ ਇਹ ਸਿਚੁਏਸ਼ਨ ਇੱਕ ਹੀ ਹੈ ਬਟ ਇੱਥੇ ਦੋ ਡਿਫਰੈਂਟ ਪਰਸਨਸ ਨੂੰ ਡਿਫਰੈਂਟ ਹੀ ਲੱਗ ਰਿਹਾ ਹੈ। ਇਹਦੇ ਲਈ ਇਹ ਖੁਦ ਰੈਸਟ ਦੇ ਵਿੱਚ ਹੈ ਔਰ ਸੈਕਿੰਡ ਪਰਸਨ ਜੋ ਹੈ ਉਹ ਮੋਸ਼ਨ ਦੇ ਵਿੱਚ ਹੈ, ਬਟ ਉਹਦੇ ਲਈ ਉਹ ਰੈਸਟ ਦੇ ਵਿੱਚ ਬੈਠਾ ਹੈ ਔਰ ਇਹ ਮੂਵ ਕਰ ਰਿਹਾ ਹੈ, ਇਹ ਪਿੱਛੇ ਵੱਲ ਨੂੰ ਜਾ ਰਿਹਾ ਹੈ, ਸੋ ਇਹ ਮੋਸ਼ਨ ਦੇ ਵਿੱਚ ਹੈ। ਠੀਕ ਹੈ, ਬਟ ਰਿਐਲਿਟੀ ਕੀ ਹੈ, ਨਾ ਤਾਂ ਇਹ ਮੂਵ ਕਰ ਰਿਹਾ ਨਾ ਇਹ ਮੂਵ ਕਰ ਰਿਹਾ, ਮੂਵ ਕੀ ਕਰ ਰਹੀ ਹੈ, ਟ੍ਰੇਨ ਕਰ ਰਹੀ ਹੈ। ਠੀਕ ਹੈ, ਸੋ ਸਿੰਪਲ ਇੱਥੇ ਮੈਂ ਇੱਕ ਚੀਜ਼ ਕਹਿਣਾ ਚਾਹੁੰਦੀ ਹਾਂ ਕਿ ਜੋ ਰੈਸਟ ਔਰ ਮੋਸ਼ਨ ਨੇ ਇਹ ਦੋਨੋਂ ਰਿਲੇਟਿਵ ਟਰਮਸ ਹੁੰਦੀਆਂ ਨੇ, ਇੱਕ ਦੂਜੇ ਨਾਲ ਰਿਲੇਟੇਬਲ ਹੁੰਦੀਆਂ ਨੇ, ਰਿਲੇਟਿਵ ਟਰਮਸ ਹੁੰਦੀਆਂ ਨੇ। ਅਗਰ ਕਿਸੇ ਵਨ ਪਰਸਨ ਲਈ ਕੋਈ ਰੈਸਟ ਦੇ ਵਿੱਚ ਹੈ ਤਾਂ ਹੋ ਸਕਦਾ ਸੈਕਿੰਡ ਲਈ ਉਹ ਮੋਸ਼ਨ ਦੇ ਵਿੱਚ ਹੋਵੇ। ਸੋ ਥੀਸ ਟੂ ਥਿੰਗਸ ਆਰ ਰਿਲੇਟਿਵ। ਠੀਕ ਹੈ, ਤਾਂ ਇੱਥੇ ਇੱਕ ਚੀਜ਼ ਤੁਸੀਂ ਆਪਣੇ ਮਾਈਂਡ ਦੇ ਵਿੱਚ ਬਿਠਾ ਲਿਓ ਕਿ ਰੈਸਟ ਐਂਡ ਮੋਸ਼ਨ ਕੀ ਹੁੰਦੇ ਨੇ, ਰਿਲੇਟਿਵ ਟਰਮਸ ਨੇ ਜੋ ਉਹ ਹੁੰਦੀਆਂ ਨੇ। ਠੀਕ ਹੈ ਜੀ, ਚਲੋ ਕਲੀਅਰ ਹੈ ਇਹ ਐਗਜ਼ਾम्पल। ठीक है, चलिए फिर अगे सैकेंड अपने को जो पॉइंट है दैट इज़ डिस्टेंस, क्योंकि रेस्ट एंड मोशन ਦੇ ਵਿੱਚ ਇਹੀ ਸੀਗਾ ਕਵਰ ਕਰਨ ਲਈ। ਠੀਕ ਹੈ, ਅੱਗੇ ਆ ਜਾਣਾ डिस्टेंस। डिस्टेंस ਕੀ ਹੈ, ਪਹਿਲੀ ਗੱਲ ਤਾਂ ਮੈਂ डिस्टेंस ਨੂੰ S ਨਾਲ ਡਿਨੋਟ ਕਰਾਂਗੀ ਕਿਉਂਕਿ ਜੋ ਆਪਣੀ ਡਾਇਨਾਮਿਕਸ ਹੈ ਉਹਦੇ ਵਿੱਚ ਆਪਾਂ डिस्टेंस ਨੂੰ S ਨਾਲ ਹੀ ਡਿਨੋਟ ਕਰਦੇ ਹਾਂ। ਠੀਕ ਹੈ, ਚਲੋ ਤਾਂ ਜਦੋਂ ਆਪਾਂ ਕੁਐਸਚਨਸ ਕਰਾਂਗੇ ਤੁਹਾਨੂੰ ਸਾਰਾ ਕੁਝ ਹੀ ਕਲੀਅਰ ਹੋ ਜਾਣਾ ਹੈ। द डिस्टेंस फ्रॉम पॉइंट A टू पॉइंट B इज़, देखो एक बच्चा है, ठीक है जी, एक चाइल्ड है, वो फ्री है। ठीक है, की करे हुण वो उसनूं काम पै गया। ठीक है, सब तो पहले वो की करता है बी दे घट जाता है। ठीक है, ठीक है, आफ्टर दैट वो की जाता है सी कोल जाता है, सी तो बाद वो की जाता है डी कोल जाता है, डी तो बाद वो वापस अपने घर आ जाता है अपनी पोजीशन के उपर। ठीक है, तो उसने कितना डिस्टेंस कवर किया, कितना ईजी है क्वेश्चन है ना, 3 + 5 + 3 + 5। ठीक है, डिस्टेंस का मतलब की हो गया द लेंथ। अगर आप गल करिए कि जो तुसी कवर करते हो पूरा, ठीक है, उस फर्स्ट पॉइंट तो लैके मतलब पूरा तुसी कवर करते हो। ठीक है, जितों तुसी स्टार्ट किया जो तुसी एंड किया दैट इज़ डिस्टेंस। डिस्टेंस हुंदा है। हुण तुसी अगर लगा लो, अगर इसनूं सिंपल शब्दों में कहिए, यह पर्सन पहला बी कोल जाता है तो यह किन्ना डिस्टेंस कवर करता है 3 मीटर। फिर उस बाद बी तो सी तक जाता है तो कितना डिस्टेंस कवर करेगा 3 + 5 8 मीटर। सी तो बाद वो डी कोल जाता है तो 8 + 3 11 मीटर, और डी तो बाद ए तक आंदा तो 11 + 5 16 मीटर वो डिस्टेंस कवर करता है। ये जो पर्सन है 16 मीटर डिस्टेंस कवर करता है। समझ रहे हो डिस्टेंस का मीटिंग मतलब आप कितना दूरी किन्नी कवर कर रहे हैं। ठीक है, आप चल रहे हैं, आप कार च जा रहे हैं, आप फ्लाइट प्लेन च जा रहे हैं, आप ट्रेन च जा रहे हैं, आप किन्नी दूरी कवर कर रहे हैं, दैट इज़ डिस्टेंस। ठीक है, हुण डिस्टेंस बारे कुछ होर चीज़ां ने। जो डिस्टेंस है उसमें आप लेंथ भी बोल सकते हैं। ठीक है, लेंथ ऑफ पाथ भी किन्नी मैंने दूरी कवर की है। सिंपल अगर गल करिए इसका ओनली मैगनीट्यूड हुंदा है। मैगनीट्यूड मीन टू से एवें नहीं कह सकते। हुण देखो इस दे विच जो मैंने डिस्टेंस सॉल्व किया तो मेरे को कितना आ गया 16 मीटर आ गया। ठीक है जी, 16 मीटर आ गया तो इसकी सिर्फ मैगनीट्यूड है। मैं चाहे जिहड़ी मर्जी पोजीशन दे विच जावां, हुण तुसीं लगा लो, देखो ध्यान नाल देखो इस चीज़ नूं, मैं इधरों इधर जावां जां इधरों इधर जावां, डिस्टेंस तो मेरा 3 मीटर ही रहेगा। मैं बी तो सी वाल जावां जां सी मेरे को आ जाए, डिस्टेंस तो मेरा 5 मीटर ही रहेगा। समझ रहे हो इस चीज़ नूं। डिस्टेंस दी कोई भी वैक्टर क्वांटिटी नहीं हुंदी, वो एक स्केलर क्वांटिटी हुंदा है। वैक्टर की हुंदा है जिहदे विच आपां नूं डायरैक्शन भी पता होवे, बट डिस्टेंस दे विच आपां नूं डायरैक्शन दा कुछ नहीं पता हुंदा। मैं अगर इस तो सिंपल शब्द विच ए तो बी जावां जां बी तो ए आवां, मेरे कोल तां जो डिस्टेंस है वो 3 मीटर ही रहेगा। सो जो डिस्टेंस हुंदा है उस ओहदा की हुंदा ओनली मैगनीट्यूड हुंदा है। अगर आप गल करिए तो एक स्केलर क्वांटिटी हुंदी है, मतलब इसकी डायरैक्शन नहीं हुंदी। इहदे विच अगर तुहानूं डिस्टेंस फाइंड करन नूं कहता तो तुहानूं डायरैक्शन दे विच कन्फ्यूज़ होने की कोई ज़रूरत नहीं है कि मैं इधरों आया सी जां इधरों आया सी। जिधरों मर्जी आवो तुहाडा जो डिस्टेंस है वो देखा जाएगा। ठीक है, इस तो इलावा अगर गल करिए कि न्यूमैरिकल वैल्यू हुंदी है, न्यूमैरिकल मतलब न्यूमैरिकल मीन टू से कि आही नंबर्स दे विच हुंदी है, जिवें 3 4 5 6 7, और डिस्टेंस कदे भी नैगेटिव नहीं हो सकता। तो बिल्कुल बेसिक जी चीज़ है कि आप नैगेटिव दे विच कोई दूरी कवर कर सकते हैं।
नहीं कर सकते। तो डिस्टेंस कदे भी नैगेटिव नहीं हो सकता, डिस्टेंस जीरो हो सकता है। अगर मैं किते भी ना जावां, इत्थे ही बैठी रवां, तो मेरा की होएगा जीरो, क्योंकि मैं कुछ किता ही नहीं, किते गई ही नहीं, तो मेरा डिस्टेंस की हो गया जीरो, मैंने कुछ कवर ही नहीं किया। ठीक है, तो नैगेटिव नहीं हो सकता डिस्टेंस। क्लीयर है। स्केलर कुआंटिटी होंदी है, न्यूमैरिकल वैल्यू होंदी है, इसनूं आपां लेंथ भी कह सकते हैं कि लेंथ कितनी कवर की है, नैगेटिव नहीं हो सकता। ठीक है, तो ये सारी चीज़ां से डिस्टेंस दे विच अपने माइंड दे विच रखियो कि डिस्टेंस की है। ठीक है, इस तो इलावा अगर गल करिए डिसप्लेसमेंट, हुण अगर आप देखिए इस चीज़ नूं, वट इज़ डिसप्लेसमेंट। डिस्टेंस आप देख लिया, मैं तुहानूं किहा उहदे विच कोई डायरैक्शन नहीं हुंदी। चलो हुण डिसप्लेसमेंट की एक एग्जाम्पल नाल ही देखांगे। एग्जाम्पल देखो इसकी, देखो इहदे विच एक बच्चा सी, वो पहला अपने घर जांदा है। ठीक है, उस तो बाद वो की करदा है, घूमन लई किते भी चला जाता, कोई पार्क है जां किते भी। ठीक है, किते 3 मीटर की दूरी तक चला जाता है। ठीक है, हुण तुसीं इस चीज़ नूं ध्यान नाल देखो, पहलां तां वो की कर रहा है, डिस्टेंस इहदे विच कितना होएगा, उन्हें इत्थों लैके इत्थे तक जाना है। ठीक है, तो पहला वो 4 मीटर, फिर वो 3 मीटर, मतलब वो टोटल 7 मीटर जो डिस्टेंस है वो कवर कर रहा है। टोटल 7 मीटर डिस्टेंस जो है वो कवर कर रहा है। ठीक है, क्लीयर है ये चीज़। हुण अगर मैं कहां कि वो इत्थों इत्थे आएगा, फिर इत्थों इत्थे आएगा, तां भी तो उसका 7 मीटर ही होएगा, तां भी तो कोई फर्क नहीं पेगा। सो डायरैक्शन का डिस्टेंस के विच कोई चक्कर ही नहीं। डिसप्लेसमेंट की हुंदी है, शॉर्टेस्ट डिस्टेंस। भाई जदों उसने सब तो छोटा रास्ता लेना है, तो उसनों उधर जाने की जरूरत ही की है, उसनों घरे जाने की जरूरत ही की है। ठीक है, तो वह सीधा ही इधर चला जाऊगा। शॉर्टेस्ट डिस्टेंस का मतलब की हो गया कि छोटे तो छोटा डिस्टेंस जो आप कवर कर सकते हैं, विच इज़ इत्थे आपां नूं नज़र आ रहा 5 मीटर। क्लीयर है ये चीज़। हुण डिसप्लेसमेंट दे विच की हुंदी है, एक डायरैक्शन भी हुंदी है। ठीक है, डिसप्लेसमेंट दे विच की हुंदी है, डायरैक्शन भी हुंदी है। उस चीज़ को थोड़ा समझते हैं, पहले इसनूं समझो। डिसप्लेसमेंट इज़ अ वैक्टर हुज लेंथ इज़ अ शॉर्टेस्ट डिस्टेंस फ्रॉम द इनिशियल एंड द फाइनल पोजीशन। जो जिथों उसने स्टार्ट किया, जिथे उसने एंड किया, उत्थों लैके उत्थे तक जो अगर आप गल करिए डिस्टेंस हुंदा है, उसनूं आपां शॉर्टेस्ट डिस्टेंस बोलते हैं, छोटे तो छोटा डिस्टेंस बोलते हैं। ठीक है, और उसनूं आपां की बोलते हैं, डिसप्लेसमेंट बोलते हैं। अगर मैं इस एग्जाम्पल दे विच कहां, इस एग्जाम्पल दे विच डिसप्लेसमेंट की होएगी, भाई इस एग्जाम्पल के डिसप्लेसमेंट होएगी जीरो। जीरो क्यों होएगी, क्योंकि इस परसन को किते जाने की जरूरत ही नहीं है। ऐसे मैंने थानू किया है डिफरेंस बिटवीन इनिशियल पॉइंट जिथों उसने स्टार्ट किया एंड फाइनल पोजीशन जिथे उसने एंड किया। तो इत्थों ही इस परसन ने स्टार्ट किया सी और इत्थे ही वो आके वापस रुकिया सी। इत्थे ही इसकी इनिशियल पोजीशन है, इत्थे ही इसकी फाइनल पोजीशन है। सो इसनूं किते अगर इसने छोटे तो छोटा डिस्टेंस कवर करना है, तो घूम फिर के आने की जरूरत है, घरे बैठे रहो। ठीक है, तो इत्थे मेरे को की बन जूगी डिसप्लेसमेंट जीरो। मतलब जो डिसप्लेसमेंट है वो जीरो हो सकती है। हुण एक होर क्वेश्चन तुहाडे माइंड दे विच होगा कि डिसप्लेसमेंट नैगेटिव हो सकती है। बिल्कुल हो सकती है। नैगेटिव किवें हो जाएगी, देखो इस एग्जाम्पल में देखते हैं आप। डिसप्लेसमेंट नैगेटिव किद्दां हो जाएगी, जदों ये इत्थों इत्थे जाएगा। ठीक है, देखो मैं तुहानूं क्या सी पोजीशन डायरैक्शन जो है वो डिसप्लेसमेंट दे विच बहुत इंपॉर्टेंट रोल रखती है, बहुत इंपॉर्टेंट रोल रखती है। ठीक है, इस एग्जाम्पल दे विच तुहानूं डायरैक्शन का बिल्कुल क्लीयर हो जाना है। तुसीं इत्थों स्टार्ट करते हो, घूम फिर के पूरा अच्छे तरीके नाल मुझे करके वापस इत्थे अपने एंड पॉइंट ते आने हो। दिस इज़ योर डिस्टेंस, जिन्ना मर्जी कवर करो। ठीक है, बट अगर मैं कहां कि मैंने तो बहुत जल्दी है, मैंने बहुत जल्दी पहुंचना है, मैंने शॉर्टकट है तो कोई दसो, तो इत्थों इत्थे वाल जाएगा। हुण एक चीज़ मैंने ध्यान नाल दसो, मैंने उस पोजीशन वाल पहुँचना है। इत्थे गल मैं डायरैक्शन की नहीं गल सॉरी इत्थे गल मैं डिस्टेंस की नहीं कर रही कि मैंने कितना डिस्टेंस कवर किया। इत्थे मैं गल कर रही हाँ डिसप्लेसमेंट की कि मैंने शॉर्टकट राही उस जगह पर पहुँचना है। तो उत्थे मेरे लिए जो डायरैक्शन है वो इंपोर्टेंट हो जाती है। मतलब मैं इस डायरैक्शन दे विच ही जावांगा तां ही की होएगा, मैं इत्थे पहुँच सकांगा। ठीक है, और डायरैक्शन पॉजिटिव भी हो सकती है, नैगेटिव भी हो सकती है। ठीक है, हुण डायरैक्शन पॉजिटिव नैगेटिव किवें हो सकती है वो देख लैंदे आ। इहदे विच देखिए अगर आपां देखो फॉर एग्जाम्पल इत्थे मेरे कोल की है, कोई बच्चा है। ठीक है, वो की करता है अपने फ्रेंड के घर जाता है। ठीक है, लेट इत्थे उसका की है, उसके फ्रेंड का घर है। ठीक है, अगर गल करिए तो इस दे विच की है, स्टार्टिंग दे विच की है, वो इस तरीके नाल भी जा सकता है, वो इस पाथ तो भी जा सकता है।
ਉਹ ਇਸ ਪਾਥ ਤੋਂ ਵੀ ਜਾ ਸਕਦਾ, ਉਹ ਕਿਹੜੇ ਵੀ ਰਸਤੇ ਤੋਂ ਜਾ ਸਕਦਾ ਹੈ, ਠੀਕ ਹੈ। ਉਹ ਕੀ ਕਰਦਾ ਹੈ, ਉਹ ਪਹਿਲਾਂ ਇਸ ਤਰੀਕੇ ਨਾਲ ਆਪਣੇ ਫਰੈਂਡਸ ਦੇ ਘਰੇ ਪਹੁੰਚ ਜਾਂਦਾ ਹੈ, ਠੀਕ ਹੈ। ਕਿਉਂਕਿ ਉਹ ਸਾਹਮਣੇ ਦੇਖਦਾ ਕਿ ਸਾਹਮਣੇ ਜੋ ਕੀ ਹੈ, ਕੋਈ ਅਗਰ ਆਪਾਂ ਗੱਲ ਕਰੀਏ ਕੋਈ ਐਨੀਮਲ ਹੈ ਜਿਸ ਤੋਂ ਉਸਨੂੰ ਡਰ ਲੱਗਦਾ, ਲਾਈਕ ਕੋਈ ਡੋਗ ਹੈ, ਕੋਈ ਪੈਟ ਹੈ, ਠੀਕ ਹੈ, ਜਿਸ ਤੋਂ ਉਸਨੂੰ ਡਰ ਲੱਗਦਾ, ਸੋ ਇਸਨੇ ਉੱਥੇ ਨਹੀਂ ਜਾਣਾ, ਇਹ ਘੁੰਮ ਕੇ ਉੱਧਰ ਦੀ ਚਲਾ ਜਾਂਦਾ, ਠੀਕ ਹੈ। ਤਾਂ ਇੱਥੇ ਕੀ ਹੋਏਗਾ, ਠੀਕ ਹੈ, ਇੱਧਰ ਚਲਾ ਗਿਆ। ਉਸ ਤੋਂ ਬਾਅਦ ਅਗਰ ਗੱਲ ਕਰੀਏ ਆਪਣੇ ਫਰੈਂਡ ਘਰ ਪਹੁੰਚ ਗਿਆ। ਹੁਣ ਆਪਣੇ ਫਰੈਂਡ ਘਰ ਪਹੁੰਚ ਕੇ ਵਾਪਸ ਤਾਂ ਉਸਨੇ ਆਪਣੇ ਘਰੇ ਹੀ ਜਾਣਾ ਹੈ ਨਾ। ਜਦੋਂ ਉਹ ਵਾਪਸ ਆਪਣੇ ਘਰੇ ਜਾਏਗਾ ਤਾਂ ਉਸਨੇ ਡਾਇਰੈਕਸ਼ਨ ਮੈਟਰ ਕਰਦੀ ਹੈ। ਹੁਣ ਜਦੋਂ ਉਹ ਆਪਣੇ ਫਰੈਂਡ ਘਰ ਪਹੁੰਚ ਗਿਆ, ਲੈਟ ਇਹ ਉਸਦਾ ਫਰੈਂਡ ਦਾ ਹਾਊਸ ਸੀਗਾ, ਉਸਦੇ ਘਰ ਪਹੁੰਚ ਗਿਆ। ਹੁਣ ਉਸਨੇ ਦੇਖਣਾ ਹੈ ਕਿ ਮੈਂ ਕਿੱਧਰੋਂ ਆਇਆ ਸੀ, ਮੇਰਾ ਹਾਊਸ ਜੋ ਹੈ ਉਹ ਕਿਹੜੀ ਡਾਇਰੈਕਸ਼ਨ ਦੇ ਵਿੱਚ ਹੈ, ਇਸ ਡਾਇਰੈਕਸ਼ਨ ਦੇ ਵਿੱਚ ਹੈ, ਇਸ ਡਾਇਰੈਕਸ਼ਨ ਦੇ ਵਿੱਚ ਹੈ, ਇਸ ਡਾਇਰੈਕਸ਼ਨ ਦੇ ਵਿੱਚ ਹੈ ਜਾਂ ਇਸ ਡਾਇਰੈਕਸ਼ਨ ਦੇ ਵਿੱਚ ਹੈ। ਇੱਥੇ ਉਸ ਦੇ ਲਈ ਜੋ ਡਾਇਰੈਕਸ਼ਨ ਹੈ ਉਹ ਮੈਟਰ ਕਰ ਜਾਂਦੀ ਹੈ, ਕਿਉਂਕਿ ਉਸਨੇ ਕੀ ਕਰਨਾ ਹੈ, ਉਸ ਪੋਜੀਸ਼ਨ ਦੇ ਉੱਪਰ ਪਹੁੰਚਣਾ ਹੈ। ਸਮਝ ਪਾ ਰਹੇ ਹੋ ਮੇਰੇ ਪੁਆਇੰਟ ਨੂੰ? ਵਟ ਇਜ਼ ਦ ਡਿਫਰੈਂਸ ਬਿਟਵੀਨ ਡਿਸਪਲੇਸਮੈਂਟ ਐਂਡ ਡਿਸਟੈਂਸ? ਪਹਿਲੀ ਗੱਲ ਤਾਂ ਹੁੰਦੀ ਹੈ ਕਿ ਜੋ ਡਿਸਪਲੇਸਮੈਂਟ ਹੁੰਦਾ ਉਹ ਸ਼ੋਰਟੈਸਟ ਡਿਸਟੈਂਸ ਹੁੰਦਾ, ਔਰ ਜੋ ਡਿਸਟੈਂਸ ਹੁੰਦਾ ਤੁਸੀਂ ਕਿੱਦਾਂ ਵੀ ਕਵਰ ਕਰ ਸਕਦੇ ਹੋ। ਦੂਸਰੀ ਗੱਲ, ਜੋ ਡਿਸਟੈਂਸ ਹੁੰਦਾ ਉਹਦੇ ਵਿੱਚ ਡਾਇਰੈਕਸ਼ਨ ਨਹੀਂ ਹੁੰਦੀ, ਬਟ ਜੋ ਡਿਸਪਲੇਸਮੈਂਟ ਹੁੰਦਾ ਉਹਦੇ ਵਿੱਚ ਡਾਇਰੈਕਸ਼ਨ ਹੁੰਦੀ ਹੈ, ਠੀਕ ਹੈ। ਜਿਵੇਂ ਕਿ ਮੈਂ ਤੁਹਾਨੂੰ ਇਸ ਐਗਜ਼ਾਮਪਲ ਦੇ ਵਿੱਚ ਵੀ ਦੱਸਿਆ ਸੀ ਕਿ ਅਗਰ ਉਸਨੂੰ ਇਸ ਡਾਇਰੈਕਸ਼ਨ ਦਾ ਪਤਾ ਹੈ ਤਾਂ ਹੀ ਉਹ ਇਸ ਪੋਜੀਸ਼ਨ ਤੱਕ ਪਹੁੰਚ ਪਾਏਗਾ ਨਾ। ਅਗਰ ਉਹ ਉੱਧਰ ਚਲਾ ਜਾਂਦਾ ਹੈ ਫਿਰ ਤਾਂ ਡਾਇਰੈਕਸ਼ਨ ਨੈਗੇਟਿਵ ਹੋ ਗਈ, ਫਿਰ ਤਾਂ ਗਲਤ ਹੋ ਗਿਆ ਕੰਮ, ਠੀਕ ਹੈ। ਤਾਂ ਇਹ ਚੀਜ਼ ਨੂੰ ਥੋੜ੍ਹਾ ਦੇਖਿਓ, ਕਿਉਂਕਿ ਇਹਦੇ ਵਿੱਚ ਆਪਣੇ ਕੋਲ ਕੀ ਆ ਜਾਂਦੀ ਹੈ, ਹੁਣ ਦੇਖੋ, ਕਿਉਂਕਿ ਇਹਦੇ ਵਿੱਚ ਆਪਣੇ ਕੋਲ ਕੀ ਆ ਜਾਂਦੀ ਹੈ, ਡਾਇਰੈਕਸ਼ਨ ਆ ਜਾਂਦੀ ਹੈ। ਇਸ ਲਈ ਇਸ ਨੂੰ ਆਪਾਂ ਕਿਹੜੀ ਕੁਆਂਟੀਟੀ ਬੋਲਦੇ ਹਾਂ, ਵੈਕਟਰ ਕੁਆਂਟੀਟੀ ਬੋਲਦੇ ਹਾਂ। ਮਤਲਬ ਕੀ ਹੈ, ਇਹਦੇ ਵਿੱਚ ਮੈਗਨੀਟਿਊਡ ਵੀ ਹੈ, ਦੇਖੋ ਡਾਇਰੈਕਸ਼ਨ ਹੋ ਗਈ, ਇਹਦੇ ਵਿੱਚ ਮੈਗਨੀਟਿਊਡ ਵੀ ਹੈ, ਮੈਗਨੀਟਿਊਡ ਦੇ ਨਾਲ ਨਾਲ ਇਸ ਦੇ ਵਿੱਚ ਕੀ ਹੈ, ਡਾਇਰੈਕਸ਼ਨ ਵੀ ਹੈ। ਡਿਸਟੈਂਸ ਦੇ ਵਿੱਚ ਇਕੱਲਾ ਮੈਗਨੀਟਿਊਡ ਸੀ, ਇਹਦੇ ਵਿੱਚ ਮੈਗਨੀਟਿਊਡ ਦੇ ਨਾਲ ਡਾਇਰੈਕਸ਼ਨ ਹੋ ਗਈ। ਸੋ ਇਸ ਨੂੰ ਆਪਾਂ ਕਿਹੜੀ ਕੁਆਂਟੀਟੀ ਬੋਲਾਂਗੇ, ਵੈਕਟਰ ਕੁਆਂਟੀਟੀ ਬੋਲਾਂਗੇ। ਕਲੀਅਰ ਹੈ ਇਹ ਚੀਜ਼? ਕਲੀਅਰ? ਅੱਗੇ ਚੱਲੀਏ, ਠੀਕ ਹੈ ਜੀ। ਹੁਣ ਇੱਕ ਚੀਜ਼ ਮੈਂ ਤੁਹਾਡੇ ਤੋਂ ਅਗਰ ਪੁੱਛਾਂ ਕਿ ਜੋ ਡਿਸਪਲੇਸਮੈਂਟ ਹੈ, ਤਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਜੋ ਡਿਸਪਲੇਸਮੈਂਟ ਹੈ ਉਹ ਨੈਗੇਟਿਵ ਵੀ ਹੋ ਸਕਦੀ ਹੈ ਅਗਰ ਡਾਇਰੈਕਸ਼ਨ ਓਪੋਜ਼ਿਟ ਹੋ ਜਾਂਦੀ ਹੈ ਤਾਂ, ਠੀਕ ਹੈ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਥੇ ਹੀ ਦੱਸਿਆ ਸੀ ਕਿ ਅਗਰ ਇਹ ਪਰਸਨ ਸਟਾਰਟਿੰਗ ਪੁਆਇੰਟ ਹੈ, ਠੀਕ ਹੈ, ਇੱਥੇ ਆਉਣ ਦੀ ਬਜਾਏ ਉੱਧਰ ਚਲਾ ਜਾਏ, ਡਾਇਰੈਕਸ਼ਨ ਓਪੋਜ਼ਿਟ ਹੋਗੀ, ਤਾਂ ਉੱਥੇ ਮੇਰੇ ਕੋਲ ਜੋ ਡਿਸਪਲੇਸਮੈਂਟ ਹੈ ਉਹ ਕੀ ਹੋ ਜਾਣੀ ਹੈ, ਨੈਗੇਟਿਵ ਹੋ ਜਾਣੀ ਆ, ਠੀਕ ਹੈ। ਹੁਣ ਅਗਰ ਗੱਲ ਕਰੀਏ ਤਾਂ ਨੈਗੇਟਿਵ ਵੀ ਹੋ ਸਕਦੀ ਆ, ਜਿਵੇਂ ਕਿ ਇਸ ਐਗਜ਼ਾਮਪਲ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਅਗਰ ਇਹ ਬੱਚਾ ਡਿਸਪਲੇਸਮੈਂਟ ਫਾਈਂਡ ਕਰਨੀ ਹੈ ਇਸ ਬੱਚੇ ਦੀ, ਤੇ ਇਸਨੇ ਬਿਲਕੁਲ ਵੀ ਅਗਰ ਆਪਾਂ ਗੱਲ ਕਰੀਏ ਸ਼ੋਰਟੈਸਟ ਡਿਸਟੈਂਸ ਲੈਣਾ ਹੈ, ਸ਼ਾਰਟਕਟ ਲੈਣਾ ਹੈ, ਤਾਂ ਇਸਨੂੰ ਕਿਤੇ ਜਾਣ ਦੀ ਜ਼ਰੂਰਤ ਹੀ ਨਹੀਂ ਹੈ। ਤਾਂ ਇੱਥੇ ਇਸ ਦਾ ਇਨੀਸ਼ੀਅਲ ਪੁਆਇੰਟ ਹੈ, ਇੱਥੇ ਇਸ ਦਾ ਫਾਈਨਲ ਪੁਆਇੰਟ ਹੈ, ਤਾਂ ਉਹ ਕੀ ਹੋ ਜਾਏਗੀ, ਇਸ ਦੀ ਡਿਸਪਲੇਸਮੈਂਟ 0 ਹੋ ਜਾਏਗੀ। ਸੋ ਡਿਸਪਲੇਸਮੈਂਟ ਨੈਗੇਟਿਵ ਵੀ ਹੋ ਸਕਦੀ ਹੈ, 0 ਵੀ ਹੋ ਸਕਦੀ ਹੈ, ਔਰ ਪੋਜ਼ੀਟਿਵ ਤਾਂ ਹੋ ਹੀ ਸਕਦੀ ਹੈ, ਠੀਕ ਹੈ। ਹੁਣ ਇੱਕ ਹੋਰ ਕੁਐਸਚਨ ਬਣਦਾ ਇਸ ਦੇ ਵਿੱਚ, ਉਹ ਕੀ ਬਣਦਾ ਹੈ, ਵੇਟ, ਹਾਂਜੀ, ਇੱਕ ਹੋਰ ਕੁਐਸਚਨ ਇਸ ਦੇ ਵਿੱਚ ਬਣਦਾ ਹੈ, ਲਾਸਟ ਵਨ, ਕੀ ਜੋ ਡਿਸਟੈਂਸ ਹੈ ਉਹ ਡਿਸਪਲੇਸਮੈਂਟ ਦੇ ਇਕੁਅਲ ਹੋ ਸਕਦੀ ਹੈ? ਕੈਨ ਡਿਸਟੈਂਸ ਬੀ ਇਕੁਅਲ ਟੂ ਦ ਮੈਗਨੀਟਿਊਡ ਆਫ ਡਿਸਪਲੇਸਮੈਂਟ? ਜੋ ਡਿਸਟੈਂਸ ਹੈ, ਸੌਰੀ, ਜੋ ਡਿਸਪਲੇਸਮੈਂਟ ਹੈ ਜਾਂ ਡਿਸਟੈਂਸ ਆਪਾਂ ਬੋਲ ਸਕਦੇ ਹਾਂ, ਜੋ ਡਿਸਟੈਂਸ ਹੈ ਕੀ ਉਹ ਡਿਸਪਲੇਸਮੈਂਟ ਦੇ ਇਕੁਅਲ ਹੋ ਸਕਦੀ ਹੈ? ਠੀਕ ਹੈ। ਹੁਣ ਇਹ ਚੀਜ਼ ਆਪਾਂ ਸੋਚਣੀ ਹੈ, ਤਾਂ ਤੁਹਾਡਾ ਆਨਸਰ ਹੋਏਗਾ ਯੈਸ, ਕਿ ਉਹ ਡਿਸਪਲੇਸਮੈਂਟ ਜੋ ਹੈ ਉਹ ਡਿਸਟੈਂਸ ਦੇ ਜੋ ਇਕੁਅਲ ਹੈ ਉਹ ਹੋ ਸਕਦੀ ਹੈ। ਕਿਵੇਂ ਹੋ ਸਕਦੀ ਹੈ? ਫੋਰ ਐਗਜ਼ਾਮਪਲ, ਇੱਥੇ ਤੁਹਾਡਾ ਘਰ ਹੈ, ਇੱਥੇ ਤੁਹਾਡੇ ਫਰੈਂਡ ਦਾ ਘਰ ਹੈ, ਠੀਕ ਹੈ। ਤੁਸੀਂ ਆਪਣੇ ਫਰੈਂਡ ਦੇ ਘਰ ਜਾਣਾ ਹੈ, ਠੀਕ ਹੈ। ਤੁਹਾਨੂੰ ਕਿਤੇ ਹੋਰ ਚੱਕਰ ਕੱਟਣ ਦੀ ਜ਼ਰੂਰਤ ਹੀ ਨਹੀਂ ਹੈ। ਜ਼ਰੂਰੀ ਥੋੜ੍ਹੀ ਕਿ ਹਰ ਵਾਰ ਤੁਸੀਂ ਲੰਬੇ ਚੌੜੇ ਰਸਤੇ ਤੋਂ ਜਾਓਗੇ, ਠੀਕ ਹੈ। ਤਾਂ ਤੁਸੀਂ ਕੀ ਕਰੋ, ਸਿੱਧਾ ਸਿੱਧਾ ਆਪਣੇ ਘਰ ਚਲੇ ਜਾਓ, ਆਪਣੇ ਫਰੈਂਡ ਦੇ ਘਰ ਚਲੇ ਜਾਓ, ਠੀਕ ਹੈ। ਤਾਂ ਇੱਥੇ ਕੀ ਹੋ ਗਿਆ, ਤੁਹਾਡਾ ਜੋ ਡਿਸਟੈਂਸ ਸੀ ਉਹ ਵੀ ਉਨਾ ਹੀ ਸੀ, ਠੀਕ ਹੈ। ਡਿਸਟੈਂਸ ਤਾਂ ਤੁਸੀਂ ਉਨਾ ਹੀ ਕਵਰ ਕੀਤਾ ਨਾ ਜਿੰਨਾ ਤੁਹਾਨੂੰ ਚੱਲੇ ਹੋ, ਜਿੰਨਾ ਤੁਸੀਂ ਕਵਰ ਕੀਤਾ, ਔਰ ਡਿਸਪਲੇਸਮੈਂਟ ਵੀ ਉਹੀ ਸੀ, ਕਿਉਂਕਿ ਇਹਦਾ ਕੋਈ ਸ਼ਾਰਟਕਟ ਹੈ ਹੀ ਨਹੀਂ ਸੀ, ਸਿੱਧਾ ਸਿੱਧਾ ਤੁਸੀਂ ਆਪਣੇ ਫਰੈਂਡ ਦੇ ਘਰੇ ਪਹੁੰਚ ਰਹੇ ਹੋ। ਤਾਂ ਡਿਸਟੈਂਸ ਔਰ ਡਿਸਪਲੇਸਮੈਂਟ ਇਕੁਅਲ ਹੋ ਸਕਦੇ ਨੇ ਉਸ ਕੰਡੀਸ਼ਨ ਦੇ ਵਿੱਚ, ਜਿਸ ਕੰਡੀਸ਼ਨ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਸ਼ੋਰਟੈਸਟ ਡਿਸਟੈਂਸ ਜੋ ਹੈ ਉਹੀ ਤੁਹਾਡਾ ਡਿਸਟੈਂਸ ਹੈ, ਠੀਕ ਹੈ। ਜੇਕਰ ਆਪਾਂ ਸਿੰਪਲ ਹੋਰ ਅਗਰ ਆਪਾਂ ਗੱਲ ਕਰੀਏ, ਜੇਕਰ ਡਾਇਰੈਕਸ਼ਨ ਹੈ ਮੋਸ਼ਨ ਦੀ ਚੇਂਜ ਨਹੀਂ ਹੁੰਦੀ, ਤਾਂ ਜੋ ਡਿਸਟੈਂਸ ਹੈ ਔਰ ਜੋ ਡਿਸਪਲੇਸਮੈਂਟ ਹੈ ਉਹ ਕੀ ਹੋ ਜਾਣਗੇ, ਆਪਸ ਦੇ ਵਿੱਚ ਇਕੁਅਲ ਹੋ ਜਾਣਗੇ। ਅਗਰ ਮੋਸ਼ਨ ਦੀ ਦੇਖੋ ਇਹੀ ਡਾਇਰੈਕਸ਼ਨ ਹੈ ਨਾ, ਡਿਸਟੈਂਸ ਵੀ ਤੁਸੀਂ ਇਹੀ ਕਵਰ ਕਰਨਾ ਹੈ, ਡਾਇਰੈਕਸ਼ਨ ਵੀ ਮੋਸ਼ਨ ਦੀ ਇਹੀ ਹੈ। ਸੋ ਅਗਰ ਇਹ ਦੋਨੋਂ ਸਿੰਪਲ ਸ਼ਬਦਾਂ ਵਿੱਚ ਅਗਰ ਆਪਾਂ ਗੱਲ ਕਰੀਏ ਚੇਂਜ ਨਹੀਂ ਹੁੰਦਾ, ਤਾਂ ਉਹ ਦੋਨੋਂ ਕੀ ਹੋ ਜਾਣਗੇ, ਆਪਸ ਦੇ ਵਿੱਚ ਇਕੁਅਲ ਹੋ ਜਾਣਗੇ, ਠੀਕ ਹੈ। ਵਧੀਆ, ਅੱਗੇ ਬਹੁਤ ਡਿਸਕਸ਼ਨ ਹੋ ਗਈ ਡਿਸਪਲੇਸਮੈਂਟ ਦੇ ਉੱਪਰ, ਠੀਕ ਹੈ। ਹੁਣ ਅਗਰ ਆਪਾਂ ਗੱਲ ਕਰਦੇ ਹਾਂ ਸਪੀਡ ਦੀ, ਤਾਂ ਸਪੀਡ ਕੀ ਚੀਜ਼ ਹੁੰਦੀ ਹੈ? ਸਪੀਡ, ਵਟ ਇਜ਼ ਸਪੀਡ?
मैं अगर गल कहाँ कि अगर मैं बहुत तेज़ कार चला के जा रही हाँ तो मैं जल्दी पहुँच जाऊँगी। अगर मैंने कोई काहली नहीं है, मैं बड़ी आराम नाल जा रही हाँ स्लो मोशन ਦੇ ਵਿੱਚ, ठीक है, हौली हौली कार चला के जा रही ਹਾਂ ਤਾਂ ਮੈਨੂੰ ਪਹੁੰਚਣ ਦੇ ਵਿੱਚ ਬਹੁਤ ਟਾਈਮ ਲੱਗੇਗਾ। ਦੈਟ ਇਜ਼ ਸਪੀਡ। ਸਪੀਡ ਆਪਾਂ ਰੀਅਲ ਲਾਈਫ ਦੇ ਵਿੱਚ ਕਿੰਨੀ ਵਾਰੀ ਅਗਰ ਆਪਾਂ ਗੱਲ ਕਰੀਏ ਕਿ ਰੀਅਲ ਲਾਈਫ ਦੇ ਵਿੱਚ ਹਰ ਇੱਕ ਚੀਜ਼ ਨੂੰ ਰੀਅਲ ਲਾਈਫ ਨਾਲ ਰਿਲੇਟ ਕਰ ਦਿਓ, ਕਨਫਿਊਜ਼ਨ ਹੀ ਨਹੀਂ ਹੋਣੀ ਹੈ ਕੋਈ। ਅ ਫਾਸਟ ਮੂਵਿੰਗ ਆਬਜੈਕਟ ਹੈਜ਼ ਹਾਈ ਸਪੀਡ ਐਂਡ ਡੈਫੀਨੇਸ਼ਨਸ ਦੇ ਵਿੱਚ ਨਾ ਪਾਓ ਸਪੀਡ ਕੀ ਹੁੰਦੀ ਆ। तेज जावांगे जल्दी पहुँच जावांगे, हौली जावांगे लेट पहुँचांगे। स्पीड जिन्नी देखो सिंपल कि जिन्ना डिस्टेंस मैं जिन्ने घट समय दे विच कवर कर रही हाँ, अगर मैं यह डिस्टेंस बहुत थोड़े समय दे विच कवर कर रही हाँ, लाइक 4 मिनट दे विच मैंने इस डिस्टेंस नू कवर कर लिया तो मेरी स्पीड ज़्यादा है, ठीक है। बट अगर मैं यही डिस्टेंस बहुत ज़्यादा समय दे विच कवर कर रही हाँ, लाइक मैं 10-20 मिनट्स ਦੇ ਵਿੱਚ कवर कर रही हैं तो मेरी स्पीड स्लो है, ठीक है। क्लीयर है ये चीज़, बेसिक जी चीज़ है, ठीक है। अगर आप गल करिए तो अगर कार अपने फाइनल टाइम तक अगर आप गल करिए कि किन्ने टाइम ਦੇ ਵਿੱਚ अपना जो डिस्टेंस है वो कवर करती है। ਹੁਣ देखो अपने को एक फॉर्मूला होंगे, स्पीड इज इक्वल टू डिस्टेंस ओवर टाइम। ये कित्थों आया? स्पीड इज इक्वल टू डिस्टेंस ओवर टाइम सब ਨੂੰ पता है, थोड़ा ये बारे डिस्कस कर लेने। देखो स्पीड की है, मैं तुहानू हुणी दसिया कि जिन्नी मैं फास्ट जावांगी उन्ना मैनू टाइम घट लगेगा। मतलब की हो गया, जो फास्टनेस है वो इनवर्सनली प्रोपोर्शनल होगी किस दे टाइम दे। जिन्नी मैं तेज़ जा रही हाँ उन्ना मैनू पहुँचने दे विच टाइम घट लग रहा। क्लीयर है ये चीज़? क्लीयर है। चलो फिर अगे सैकेंड अगर मैं कहां कि जिन्नी मैं फास्ट जा रही हाँ उन्ना ही मैं ज़्यादा डिस्टेंस कवर कर पा रही हाँ। जिन्नी मैं तेज़ जावांगी उन्ना ही मैं ज़्यादा डिस्टेंस कवर करांगी। समझ रहे हो दोनों चीज़ों नूं? जिन्नी मैं तेज़ जा रही हाँ उन्ना ही मैनू टाइम घट लग रहा है, और जिन्नी मैं तेज़ ड्राइविंग कर रही हाँ उन्ना ही जो डिस्टेंस है वो मेरे को की है ज़्यादा कवर हो रहा है, ठीक है। सो इत्थों अगर मैं कहां कि मेरे को जो स्पीड है वो की होएगी, मेरी स्पीड प्रॉपरली डिपेंड कर जाती है डिस्टेंस ओवर टाइम दे, कि मैं कितना डिस्टेंस कवर कर रही हाँ किन्ने टाइम दे विच, वो मेरे को की है स्पीड है फ्रॉम दिस। क्लियर? दिस इज स्पीड। क्लियर है जी ये चीज़? क्लियर है। सो स्पीड की होंगे अपने को डिस्टेंस ओवर टाइम। फॉर एग्जाम्पल मैं तुहानू इत्थे कह देवां कि दसो एक कार है अपने कवर कर दी है 20 किलोमीटर जो ट्रैवल है आप कह सकते हैं डिस्टेंस सॉरी और कवर कर दी है, तो ਉਹਦੇ ਵਿੱਚ सिंपल अगर आप गल करिए 2 सेकंड लग जाते हैं, ठीक है। 2 सेकंड दे विच तो उसकी स्पीड कितनी होएगी? उसकी स्पीड कितनी होएगी? उसकी स्पीड होएगी, स्पीड इज इक्वल टू डिस्टेंस किन्ने 20 ओवर टाइम किन्ने 2, मतलब 10 किलोमीटर पर सेकेंड, 10 किलोमीटर पर आवर सॉरी क्योंकि किलोमीटर नाल आवर लगता है, ठीक है। हाँ जी ये चीज़ें सॉरी मैं तुहानू दसना भुल गई, तो ये चीज़ें थोड़ियां जी अपने माइंड के नोट कर लो कि अपने को यूनिट बहुत इंपोर्टेंट चीज़ है। आप डायनामिक्स के उसनू वो नहीं कर सकते, इग्नोर नहीं कर सकते यूनिट्स नू, ठीक है। कि जो किलोमीटर है वो आर दे विच किया जाता है। अगर तुहाडे कोल टाइम सैकेंड दे विच गिवन है और तुहाडे कोल डिस्टेंस किलोमीटर दे विच गिवन है, दैन कन्वर्ट कर लो, जां तां टाइम नू कन्वर्ट कर लो जां फिर स्पीड नू डिस्टेंस नू कन्वर्ट कर लो, ठीक है। किलोमीटर दे नाल ऑलवेज आप आर देखांगे। आफ्टर दैट अगर आप गल करिए माइल्स हो गई, ठीक है, उहदे नाल ऑलवेज की होएगा आर होएगा, और जो सेंटीमीटर है उस दे नाल ऑलवेज की होएगा सेकंड होएगा। जब मीटर पर सेकंड भी आप बोल सकते हैं तो मीटर नाल भी की होएगा सेकंड होएगा, ठीक है। तो एक इस तरीके नाल अपने माइंड दे विच रखणियां ने। तो मीटर पर सेकंड नू आप SI भी बोल देने स्टैंडर्ड मतलब, ठीक है। चलो हुण अगे पर गल करिए। चलो ये तो स्पीड, ठीक है, स्पीड हो गया, ठीक है। उम्मीद है क्लीयर हो गई होगी वट इज स्पीड। हुण एक चीज़ मैनू दसो, मैं तुहानू इत्थे क्या वेट इत्थे आप एग्जाम्पल जो पिक्चर नहीं सी, हाँ जी मैं तुहानू इत्थे क्या कि ये कार इन्ना कवर करती है। मैं तुहानू इत्थे एग्जाम्पल जिहड़ी आपां लई सी ਉਹਦੇ ਵਿੱਚ ਆਪਾਂ देखा कि 10 मीटर करती है। कि कार हर एक ਉਹਦੇ ਵਿੱਚ हर एक घंटे ਦੇ ਵਿੱਚ 10 किलोमीटर ही कवर करेगी। कि कार हर एक घंटे ਦੇ ਵਿੱਚ 10 किलोमीटर ही कवर करेगी।
10 किलोमीटर ही कवर करेगी? नहीं ना, कोई ज़रूरी नहीं। हो सकता है कार पहला बहुत स्लो जा रही होवे, फिर उसनों रियलाइज़ होया होवे ड्राइवर नूं कि नहीं जी मैं तो बहुत लेट हो रहा, कुछ ज़्यादा ही स्लो जा रहा, तो एकदम उसने की करती होवे स्पीड चकती होवे। हो सकता है इस टाइम इस दे विच की होवे घट टाइम ज़्यादा टाइम लग्या होवे और इस दे विच ज़्यादा घट टाइम लग्या होवे। बट देखो हुण थोड़ा इस चीज़ नूं ध्यान नाल समझो, मैं इत्थे की कहना चाहनी हाँ। मैं तो ये चीज़ कहना चाहनी हाँ कि जो आपां नूं स्पीड और डिफरेंस गिवन है, जो आपां कह रहे हैं कि डिस्टेंस और स्पीड है कि इन्ने टाइम दे विच आपां इन्ना डिस्टेंस कवर किया है, ठीक है। 1 मिनट, हाँ जी। मैं तुहानूं कहा एक कार इत्थों शुरू करती है, इत्थे खत्म करती है, और आपां सोल्व किया सी 20/2 मतलब 10 किलोमीटर जो पर आर है वो कवर करती है, ठीक है। मतलब वो हर बार की करती है 10 किलोमीटर आर ही कवर करती है। बट थोड़ा सा अपना माइंड लगा के सोचो कि कार अपनी जो पूरी स्पीड के उपर वो जा रही है कि स्टार्टिंग की स्पीड भी वो उही होएगी? स्टार्टिंग तो स्लो तो ही होएगी ना। कार है जो कोई भी अगर आप गल करिए व्हीकल है तो स्टार्टिंग तो उसकी स्लो तो ही होएगी। जरूरी तो नहीं है, जरूरी कि पॉसिबल ही नहीं है कि बिल्कुल अपनी जो करंट स्पीड है उसके बिल्कुल स्टार्ट होकर बिल्कुल उस स्पीड के प्रॉपरली जा रही है और हर एक बार उन्ना ही वो डिस्टेंस जो है वो कवर कर रही है। उन्ना ही मतलब मीन टू से कि हर एक घंटे के उसने 10 किलोमीटर कवर करना ही करना है, कोई ज़रूरी नहीं, ठीक है। हो सकता है पहला स्लो हो बाद में फास्ट हो, या पहला फास्ट हो बाद में स्लो हो गई हो, ठीक है। सो जो आपां नूं दस्सिया जाता है स्पीड इज इक्वल टू डिस्टेंस ओवर टाइम, वो कोई पर्टिकुलर इदा नहीं है, ठीक है। उसनों आपां हुण क्योंकि अपने कोल कॉन्सटेंट नहीं है, अपने कोल प्रॉपर नहीं पता कि सेम ही डिस्टेंस कवर कर भी पा रही है या नहीं कर पा रही, तो उस स्पीड नूं आपां की बोलते हैं? एवरेज स्पीड बोलते हैं। उस स्पीड नूं आपां की बोलते हैं? एवरेज स्पीड बोलते हैं। समझ रहे हो मेरा मतलब? एवरेज स्पीड की हुंदी है? एवरेज स्पीड हुंदी है जो आपां टोटल डिस्टेंस अपॉन टोटल टाइम निकालते हैं। एवरेज स्पीड की हुंदी है जो आपां टोटल डिस्टेंस अपॉन टोटल टाइम निकालते हैं, जो आपां नूं नहीं पता हुंदा कि किन्ने टाइम दे विच किन्ना कवर कर रही है, तेज़ भी हो सकती है, स्लो भी हो सकती है। स्पीड अगर अपन सिंपली निकालनी है, हो सकता है सारे रस्ते की ना हो, एक पर्टिकुलर पाथ की हो, एक पर्टिकुलर पार्ट की हो, ठीक है। अगर आप गल करिए एवरेज स्पीड की कि किन्ने टाइम के ओवरऑल, तो ओवरऑल तो कितने फास्ट भी हो सकती है, कितने स्लो भी हो सकती है। तो अपने को टोटल डिस्टेंस अपॉन टोटल टाइम होंगी है एवरेज स्पीड। क्लीयर हुई है ये चीज़? सो एवरेज स्पीड भी एक इंपॉर्टेंट पार्ट है, ठीक है। उस तो बाद अगर आप गल करिए ये तो सी तुहाडे कोल एवरेज स्पीड, उस तो बाद अगर आप गल करिए यूनीफॉर्म स्पीड। यूनीफॉर्म स्पीड की हुंदी है? यूनीफॉर्म स्पीड हुंदी है कि जो इक्वल इंटरवल दे विच, हुण मैं तुहानूं हुणी दस्सिया कि जरूरी नहीं है कि जो कार है उसने हर एक पार्ट सेम डिस्टेंस नाल कवर किया होवे। जिवें जिवें कि इत्थे भी 5 हाँ जी, ए भी 5 है, ठीक है जी। ए भी 5 किलोमीटर है, ए भी 5 किलोमीटर है, ए भी 5 किलोमीटर है। हुण इस एग्जाम्पल दे विच मैं सारा कुछ क्लीयर कर रही हाँ, थोड़ा इसनूं ध्यान नाल समझियो। यही मेरे को 2 मिनट दे विच कवर कर रहा है, ये भी मेरे को 2 मिनट्स कवर कर रहा है, ये भी मेरे को 2 मिनट्स कवर कर रहा है, ये भी मेरे को 2 सेकंड सेकंड्स कवर कर रहा है, ठीक है। हुण देखो मेरे को की है, मैनूं इत्थे एक चीज़ क्लीयरली नज़र आ रही है कि मेरा जो डिस्टेंस कवर हो रहा है ना वो बिल्कुल सेम हो रहा है। पहले 5 जो मीटर सी वो भी 2 सेकंड दे विच ही कवर होए सी, उस तो अगले जो 5 सेकंड मीटर सीगे वो भी 2 सेकंड दे विच ही कवर होए ने, उस तो बाद वाले जो 5 मीटर ने वो भी 2 सेकंड दे विच ही कवर होए ने, और लास्ट वाले जो 5 मीटर सीगा उसनूं कवर करने लई भी मैनूं 2 सेकंड का ही टाइम लग्या, ठीक है। तो जो यह जो स्पीड है जो मैनूं क्लीयरली पता है कि स्टार्टिंग तो लेके एंडिंग तक मैं हर एक चीज़ प्रॉपर सेम स्पीड दे विच जा रही हाँ, कोई मेरी स्पीड दे विच चेंज नहीं आ रहा, किते मैं स्लो नहीं हुई, किते मैं फास्ट नहीं अपनी जो कितनी स्पीड, तो उत्थे की होएगा, उत्थे प्रॉपरली मैं सिंपल शब्दों में गल करा तो इसनूं आपां की बोलते हैं? यूनीफॉर्म स्पीड बोलते हैं। यूनीफॉर्म सेम अगर आप गल करिए कि सेम इंटरवल्स दे विच जो इक्वल इंटरवल दे विच जो है आपां नूं नज़र आ रहा है कि जो कवर है वो किया जा रहा है डिस्टेंस, ठीक है। तो ये मेरे को यूनीफॉर्म स्पीड हुई। एवरेज स्पीड की सी? एवरेज स्पीड सी कि मैनूं नहीं पता, हो सकता है इत्थे फास्ट होवे, इत्थे स्लो होवे, इत्थे तेज़ होवे, इत्थे स्लो होवे। हुण जरूरी थोड़ी है कि सारे किते सेम होएगा,
ठीक है। कार है जो स्टार्ट स्लो तो होंगी है, बाद में फास्ट हो सकती है, ठीक है। सो वो मेरे को की सी जो मैं टोटल लै लैनी हाँ, जिन्ना मैंने टोटल एक औसत निकाल लैने आप, है ना, हो भी सकता नहीं भी हो सकता। सो जो मैं पूरा टोटल डिस्टेंस लै लैनी हाँ ओवर टोटल टाइम, तो वो मेरे को की होएगा एवरेज स्पीड होएगा, वो मेरे को की होएगा एवरेज स्पीड होएगा। एवरेज क्यों होएगा? क्योंकि वो आप प्रॉपरली कह सकते कि हाँ जी इक्वल इंटरवल्स के विच ही है, ठीक है। सो ज़्यादा इन्ना कन्फ्यूज होने की लड़ नहीं। एवरेज स्पीड की है टोटल टाइम, सो टोटल डिस्टेंस अपॉन टोटल टाइम। यूनीफॉर्म की है जो आप इक्वल इंटरवल्स के विच चल रहे हैं, और स्पीड की है डिस्टेंस ओवर टाइम। क्लीयर है ये चीज़? सो स्पीड वाला टॉपिक क्लीयर है, ठीक है। चलिए अगे, ठीक है जी। अगे अगर आप गल करिए, अगला जो इंपॉर्टेंट टॉपिक है वो है वेलोसिटी। वेलोसिटी की है? वेलोसिटी का मतलब अगर आप गल करिए, एक मिनट पहला मैं यूनीफॉर्म स्पीड का तुहानूं दस देवां। यूनीफॉर्म स्पीड में आप कह सकते हैं वही डिस्टेंस ओवर टाइम, ठीक है। बट यही ऑल द टाइम की आएगा, कॉन्सटेंट आएगा डिस्टेंस ओवर टाइम। देखो तुम डिस्टेंस कितने भी निकाल लो, सारे कितने सेम ही आएगा। तुम इस पार्ट का डिस्टेंस ओवर टाइम निकाल लो 5/2, इस पार्ट का डिस्टेंस ओवर निकाल लो 5/2, इस पार्ट का निकालोगे, इस पार्ट का निकालोगे, सारे का सेम ही आएगा। इसलिए आप कह सकते हैं कि एक ही होंगे कॉन्सटेंट होंगे। कॉन्सटेंट मतलब इसकी वैल्यू चेंज नहीं होंगी। कॉन्सटेंट का मतलब की होंगे सेम ही रहता ना जो सारे किते। सो कॉन्सटेंट मतलब सारी जगह हर जगह तो इक्वल ही होएगा, सेम ही होएगा, वैल्यू चेंज नहीं होएगी, ठीक है। की होएगा कॉन्सटेंट? डिस्टेंस ओवर टाइम। क्लीयर है ये चीज़? चलो फिर अगे चलते हैं। अगे अपने को की है अगर गल करिए तो वेलोसिटी आप देख लेने, बहुत इंपॉर्टेंट जो एक पार्ट है वेलोसिटी, ठीक है। वैसे टाइम भी हो चुकी अपना, थोड़ा सा टच कर लेने इसनों टॉपिक नूं, फिर आप देखांगे अगे, ठीक है। कल की वीडियो के कंटिन्यू करांगे वेलोसिटी और एक्सेलरेशन, क्योंकि दोनों बहुत इंपॉर्टेंट ने, ठीक है। वेलोसिटी की है अगर आप गल करिए, जिन्ना उसने तेजी नाल अपना जो जिस डायरैक्शन दे विच गया, ठीक है, उसने आप देखो द मेजर ऑफ द फास्टनेस विद डायरैक्शन इज कॉल्ड वेलोसिटी। सिंपल अगर गल करिए वेलोसिटी की होंगी है डिस्प्लेसमेंट ओवर टाइम, क्योंकि जो वेलोसिटी है ना वो अपने को की है वैक्टर क्वांटिटी है, किस डायरैक्शन दे विच जा रहा है वेलोसिटी, ठीक है, कितनी तेजी नाल जा रहा है, ठीक है। जो आपां स्पीड दे नाल नाल डायरैक्शन भी देख रहे हैं, देखो जो आपां स्पीड दे नाल नाल डायरैक्शन भी देखते हैं, उदों आपां उसनूं की कहने आ वेलोसिटी कहने आ, कि कितनी तेजी नाल इस डायरैक्शन दे विच गया, ठीक है। कितनी तेजी नाल यह कार इस डायरैक्शन दे विच गई, उसनूं आपां की बोलते हैं वेलोसिटी बोलते हैं। और जो गल आ जाती है डायरैक्शन की, हुण देखो निकालता मैं इत्थे भी एक तरीके नाल स्पीड ही रही हाँ, फिर मैं इत्थे डिस्टेंस क्यों नहीं यूज़ कर रही भी, क्यों नहीं इत्थे डिस्टेंस आ रहा है, मैं इत्थे डिस्प्लेसमेंट क्यों लिखा है, क्योंकि इत्थे मैं गल कर रही हाँ डायरैक्शन की। इत्थे मैनू नाल डायरैक्शन भी दी भी इस डायरैक्शन दे विच कितनी तेजी नाल ये जो कार है वो गई है। सो उत्थे मेरे को की होएगा डिस्प्लेसमेंट होएगा, ना कि डिस्टेंस। डिस्प्लेसमेंट की होंदा है डिस्प्लेसमेंट ओवर टाइम। डिस्प्लेसमेंट की होंदा है शॉर्टेस्ट डिस्टेंस। क्लीयर है ये चीज़? क्लीयर है। सो डिस्प्लेसमेंट ओवर टाइम मेरे को की होंदा है वेलोसिटी होंदा है, जो मेरे को डिस्टेंस फाइंड करन टाइम मैं की कहांगी कि नाल ही मैनू की दी जाए डायरैक्शन दी जाए, ठीक है। मतलब इत्थों एक चीज़ क्लीयर हो जाती है कि जो वेलोसिटी है वो भी की है वैक्टर क्वांटिटी है। वेलोसिटी भी की है जी वैक्टर क्वांटिटी है, ठीक है। हुण अगर मैं तुहानूं कहां कि कोई भी इदां दी इक्वेशन दे दा, वैसे पहला आप एवें करांगे, जो नैक्सट वीडियो आप डिस्कस करांगे ਉਹਦੇ ਵਿੱਚ कुछ डिस्प्लेसमेंट ਦੀ ਜਾਂ फिर अगर आप गल करिए स्पीड ਦੇ ਜਾਂ वेलोसिटी ਦੇ इदां ਦੇ थोड़े ਜਿਹੇ क्वेश्चन मैं थोड़े नाल जरूर डिस्कस करांगी, ताकि तुहाडा क्लीयर हो जाए कि आप इन्हां नूं किस तरीके नाल यूज़ करते हैं एक्सेलरेशन दे, ठीक है। आफ्टर दैट थोड़ा जिहा अगे आप वधांगे, पहला थोड़े ਜਿਹੇ क्वेश्चनस नूं सॉल्व करांगे, ठीक है। उम्मीद है पहले तो सारी चीज़ तुहानूं क्लीयर हो गई होनी, ठीक है जी। जो आप गल करते हैं कि कोई कार है इन्ने मीटर ईस्ट दे विच गई है या फिर इन्ने मीटर वैसट डायरैक्शन दे विच गई है, तो उत्थे मैं की यूज़ करांगी वेलोसिटी करांगी। हुण देखो दो इत्थे एक चीज़ देखने आप, एक मैं तुहानूं क्वेश्चन दे रही हाँ, अ कार ट्रैवल 24 मीटर इन 3 सेकेंड। दूसरा मैं तुहानूं क्वेश्चन दे रही हाँ, अ कार ट्रैवल 24 मीटर इन ईस्ट या इन वैसट, जो कोई भी तुसीं डायरैक्शन लगा सकते हो, इन ईस्ट इन 3 सेकेंड। डिफरेंस जो है तो क्लीयर हो रहा है। इत्थे मैं की करांगी स्पीड फाइंड करांगी, क्योंकि 24 मीटर ने 3 सेकेंड दे विच फाइंड करने ने
ठीक है, कि 3 ਸੈਕਿੰਡ ਦੇ ਵਿੱਚ 24 ਮੀਟਰ ਉਹ ਕਵਰ ਕਰ ਰਹੀ ਹੈ ਤਾਂ ਮੇਰੇ ਕੋਲ ਸਪੀਡ ਕਿੰਨੀ ਹੋਏਗੀ। ठीक है, और ਇੱਥੇ मैं की फाइंड करांगी जी, ਇੱਥੇ मैं फाइंड करांगी वेलोसिटी, क्योंकि मैनू नाल दे दी है डायरैक्शन, क्योंकि मैनू जो डायरैक्शन की गल करती तो उत्थे मैं डिस्टेंस नहीं डिसप्लेसमेंट लवांगी, और डिसप्लेसमेंट ओवर टाइम नू आपां की बोलते हैं, वेलोसिटी बोलते हैं, और वेलोसिटी की है एक वैक्टर क्वांटिटी है। ठीक है, सो इत्थे मेरे को आंसर होएगा 8 मीटर पर सेकेंड। इत्थे मेरे को की होएगा 8 मीटर पर सेकेंड इन ईस्ट कह लो, ਜਾਂ फिर प्लस ਦੇ ਵਿੱਚ 8 मीटर पर सेकेंड होएगा। ठीक है, क्लीयर है ये चीज़। बहुत सारिया चीज़ों के होर कुछ भी बहुत कुछ है जो डिस्कस करना है, हाले इसमें आप रखते हैं एक बारी। ठीक है, टाइम भी हो गया, नैक्सट वीडियो के इस टॉपिक को कंटिन्यू करांगे। सब तो पहली गल तो कोई भी तुहाडा डाउट है तो सब तो पहले तो कमेंट सैक्शन के मैंने दसोगे। ठीक है, या फिर ग्रुप के डिस्कस करांगे आप। आफ्टर दैट अगर गल की जाए तो पसंद आया वीडियो तो सब तो पहला काम होएगा तुहाडा लाइक करना, शेयर करना, और अगर पहली बार आए हो इस चैनल के उपर तो सबसक्राइब जरूर कर दियो। ठीक है, तो बिल्कुल नैक्सट वीडियो के आप करांगे थोड़ा दस देनी हाँ कि पहला तो आप कुछ क्वेश्चन देखांगे, वेलोसिटी और एक्सेलरेशन का टॉपिक कंप्लीट करांगे, कुछ क्वेश्चन देखांगे कि किस तरीके आप सिंपल जो क्वेश्चन ने जो सॉल्व कर सकते हैं। आफ्टर दैट अगे वधांगे, अगे टॉपिक्स ने जो उन्होंने कवर करांगे। ठीक है, सो बिल्कुल चलो ठीक है, फिर मिलते हैं नैक्सट वीडियो के। जो पसंद आया वीडियो तो प्लीज़ लाइक शेयर कमेंट करना ना भूलियो। क्लीयर, तो चलो फिर मिलते हैं नैक्सट वीडियो के। थैंक यू।